ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ, ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ। ਖੰਭ ਬਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ। ਅਗਮ ਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬਲਾਇਆ ਤੇਰਾ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਪੰਥ ਨਿਹਾਰੇ ਕਾਮਨੀ, ਲੋਚਨ ਭਰੀ ਲਿਓ ਸਾਸਾ। ਔਰ ਨਾ ਪੀਜੇ ਪਗ ਨਾ ਖਿਸੇ, ਹਰ ਦਰਸ਼ਨ ਕੀ ਆਸਾ। ਉਡੋ ਨਾ ਕਾਗਾ ਕਾਰੇ, ਬੇਗ ਮਲੀ ਜਾਏ ਆਪਣੇ ਰਾਮ ਪਿਆਰੇ। ਰਹਾਓ ਕਹਿ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀ ਜੈ। ਏਕ ਆਧਾਰ ਨਾਮ ਨਰਾਇਣ, ਰਸਨਾ ਰਾਮ ਰਵੀਜੈ। ਬੜਾ ਤੇਰਾ ਦਰਬਾਰ, ਸੱਚਾ ਦੁੱਧ ਤਖਤ। ਸਿਰ ਸ਼ਾਹਾਂ ਬਾਦਸ਼ਾਹ, ਨਿਸ਼ਚਲ ਚੌਰ ਛੱਤ ਦੇ ਪਾਤਸ਼ਾਹ। ਸਦੀਵ ਸ਼ਬਦ ਗੁਰੂ, ਸਦੀਵੀ ਗੁਰੂ, ਸੱਚਾ ਗੁਰੂ। ਸੁਣਦੇ ਦੇਖਦੇ ਬੋਲਦੇ ਧੰਨ ਗੁਰੂ ਨਾਨਕ ਦੇਵ ਜੀ। ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸੱਚੇ ਪ੍ਰੀਤਮ ਦੇ ਚਰਨ ਕਮਲਾਂ ਵਿੱਚ ਸਜੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਿਗਾਹ ਜੀਵ ਇਸਤਰੀ ਤੇ। ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਤੇ ਬਹੁਤ ਰੋਮ ਰੋਮ ਰਾਹੀਂ ਆਪ ਦਾ ਨਾਮ ਜਪਾਓ, ਪ੍ਰੇਮ ਬਖਸ਼ੋ ਤੇ ਸਾਰੀ ਸੰਗਤ ਦਿਓ ਆਸ਼ੀਰਵਾਦ। ਸਾਰੇ ਆਪਾਂ ਬੁਲਾਓ ਸਤਿਗੁਰਾਂ ਸੱਚੇ ਪਾਤਸ਼ਾਹ ਜੀ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਠਾਨਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਦਾ। ਸਜੇ ਹੋਏ ਹੈ ਪੇਕੇ ਘਰ ਦੇ ਵਿੱਚ, ਸਾਧ ਸੰਗਤ ਸੱਚਖੰਡ ਵਿੱਚ ਸਾਨੂੰ ਲਿਆ ਕੇ ਬਾਇਆ। ਪੇਕੇ ਘਰ ਆਈਆਂ ਹੋਈਆਂ, ਸੌਰ ਦੇ ਘਰ ਸੱਚਖੰਡ ਦੀ ਬਾਤ ਸਾਰੀ ਵਿਚਾਰ ਦੱਸ ਰਹੇ ਆ ਤੇ ਆਪਦੇ ਮਿਲਾਪ ਦਾ ਰਾਹ ਦੱਸ ਰਹੇ ਆ। ਕਰੋੜਾਂ ਵਾਰ ਧੰਨਵਾਦ ਸੱਚੇ ਪਾਤਸ਼ਾਹ, ਤੁਸੀਂ ਆਪੇ ਹੀ ਮਿਲਾਪ ਕਰਾਉਣਾ ਹੈ, ਤੁਹਾਡੀ ਬਖਸ਼ਿਸ਼ ਨਾਲ ਹੀ ਹੋਣਾ ਹੈ। ਬਹੁਤ ਪਿਆਰ ਬਖਸ਼ ਰਹੇ ਹੋ।
ਇਹਨੇ ਸਾਨੂੰ ਨਹੀਂ ਸੀ ਉਮੀਦ ਜਿੰਨੀ ਤੁਸੀਂ ਕਰ ਰਹੇ ਹੋ ਸਾਡੇ ਤੇ ਬਖਸ਼। ਰੋਲਦੀਆਂ ਫਿਰਦੀਆਂ ਭੁੱਲੀਆਂ ਹੋਈਆਂ ਵਿਛੜੀਆਂ ਹੋਈਆਂ ਜਨਮਾਂ ਦੀਆਂ ਨੂੰ ਮੁੜ ਕੇ ਧਰਤੀ ਤੇ ਭੇਜਿਆ। ਫਿਰ ਧਰਤੀ ਤੇ ਆ ਕੇ ਫਿਰ ਤੇ ਤੋਂ ਵਿਛੜ ਗਈਆਂ। ਹੋਰ ਹੀ ਕਿਸੇ ਥਾਂ ਪਿਆਰ ਪਾ ਲਿਆ, ਤੇਰਾ ਪਿਆਰ ਟੁੱਟ ਛੱਡਤਾ ਤੇ ਤਰਸ ਪਿਆ, ਮੈਂ ਰਹਿਮਤ ਹੋਈ, ਤੈਨੂੰ ਤਰਸ ਆਇਆ ਸਾਡੇ ਤੇ ਫੇਰ ਤੇ ਸਾਨੂੰ ਆਪਦੇ ਅੰਦਰ ਲੋਚਾ ਮਿਲਣ ਦੀ ਤਾਂ ਪੈਦਾ ਕੀਤੀ। ਪਹਿਲਾਂ ਲੋਚਾ ਮਿਲਣ ਦੀ ਜਿਹੜੀ ਆ ਉਹ ਬਹੁਤ ਤੜਫ ਪੈਦਾ ਕੀਤੀ ਸਾਡੇ ਅੰਦਰ। ਉਹ ਤੜਫ ਜਿਹੜੀ ਹੈ ਉਹ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਜਾਰੀ ਰੱਖਣੀ ਹੈ। ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹੋਂ ਕਿਉਂ ਕਰ ਪਾਵਾਂ ਗੁਰਪੂਰਾ। ਬਹੁਤ ਕਿਰਪਾ ਕੀਤੀ ਹੈ, ਗੁਰਪੂਰਾ ਤੁਸੀਂ ਬਣਾਤਾ। ਪਹਿਲਾਂ ਤਾਂ ਗੁਰਪੂਰਾ ਹੀ ਨਹੀਂ ਮਿਲਦਾ ਇੱਥੇ, ਉਹੀ ਨਹੀਂ ਸਮਝ ਲੱਗਦੀ ਇੱਥੇ ਆ। ਜੇ ਸੋ ਖੇਰ ਖਲਾਈਆ ਬਾਲਕ, ਰਹਿ ਨਾ ਸਕੇ ਬਿਨ ਖੀਰੇ। ਬੱਚੇ ਨੂੰ ਨਾ ਜਿੰਨੀਆਂ ਮਰਜ਼ੀ ਖਿਡੌਣੇ ਦੇ ਦਈਏ, ਪਰੰਤੂ ਉਹ ਖੇਲਾਂ ਦੇ ਵਿੱਚੋਂ ਉਹਦੀ ਤਸੱਲੀ ਨਹੀਂ ਹੁੰਦੀ। ਉਹਨੂੰ ਦੁੱਧ ਦੀ ਲੋੜ ਆ, ਦੁੱਧ ਬਿਨਾਂ ਨਹੀਂ ਉਹ ਫੇਰ ਦੁੱਧ ਮੰਗਦਾ ਹੈ। ਉਵੇਂ ਹੀ ਸਾਨੂੰ ਵੀ ਇੱਥੇ ਖੇਲਾਂ ਵਿੱਚ ਕਿਸੇ ਚੋਂ ਤਸੱਲੀ ਨਹੀਂ ਹੋਣੀ ਜਿੰਨਾ ਚਿਰ ਸਾਨੂੰ ਪ੍ਰੀਤਮ ਅੰਮ੍ਰਿਤ ਰਸ ਦਾ ਦੁੱਧ ਨਹੀਂ ਦਿੰਦਾ। ਉਹ ਦੁੱਧ ਆ ਸਾਡਾ ਅਸਲੀ। ਹੋਰ ਸਾਰੇ ਦੁੱਧ ਜਿਹੜੇ ਨਕਲੀ ਨੇ, ਮਾਇਆ ਦੇ। ਮੇਰੇ ਅੰਤਰ ਭੂਖ ਲਗਾਈ, ਮਹਾਰਾਜ ਅੰਦਰ ਭੁੱਖ ਲਾਉਂਦੇ ਹੈ ਰੱਬ ਨੂੰ ਮਿਲਣ ਦੀ। ਤੇ ਜਦੋਂ ਰੱਬ ਨਾਲ ਮਿਲਾਪ ਹੋ ਗਿਆ ਤੇ ਅੰਮ੍ਰਿਤ ਰਸ ਮਿਲਣ ਲੱਗ ਜਾਂਦਾ। ਜੇ ਸੋ ਭੋਜਨ ਮੈਂ ਨੀਰੇ, 1000 ਭੋਜਨ ਪਰੋਸ ਕੇ ਰੱਖ ਦੀਏ, ਬੜੇ ਖਾਧੇ ਆਪਾਂ ਸਾਰਿਆਂ ਨੇ, ਪਰੋਸ ਕੇ ਰੱਖੇ ਹੋਣ, ਪਰੰਤੂ ਭੁੱਖ ਨਹੀਂ ਜਾਂਦੀ। ਅਸੀਂ ਅੰਦਰਲਾ ਸਰੀਰ ਆ, ਉਹ ਭੁੱਖਾ ਹੈ। ਬਾਹਰਲੇ ਸਰੀਰ ਨਾਲ ਦੇ ਖਾਣਿਆਂ ਨਾਲ ਉਹਦੀ ਭੁੱਖ ਨਹੀਂ ਮਿਟਦੀ। ਮੇਰੇ ਮਨ ਤਨ ਪੇਰੇ ਪਰਮ ਕਾ, ਆ ਸਾਨੂੰ ਪੈਦਾ ਕਰਦੇ। ਕਿਉਂ ਦਰਸ਼ਨ ਬਿਨ ਦਰਸ਼ਨ ਕਿਉਂ ਮਨ ਧੀਰੇ। ਉਹਨਾਂ ਚਿਰ ਮਨ ਨੂੰ ਧੀਰ ਆਉਣੀ ਨਹੀਂ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ, ਤਸੱਲੀ ਹੋਣੀ ਨਹੀਂ। ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ। ਆ ਸਾਰੀਆਂ ਭੈਣਾਂ ਆਪਾਂ ਸਾਰੀਆਂ ਨੂੰ ਬਾਦਸ਼ਾਹ ਲਿਆਏ ਨੇ ਇਕੱਠੀਆਂ ਕਰਕੇ। ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆ। ਆਪਾਂ ਮਿਲ ਕੇ ਆਪਣੇ ਪ੍ਰੀਤਮ ਦੀਆਂ ਗੱਲਾਂ ਕਰਨੀਆਂ ਨੇ। ਜਿਹੜਾ ਸਮਰੱਥ ਹੈ, ਸਰਬ ਕਲਾ ਸਮਰੱਥ, ਸਾਚੇ ਸਾਹਿਬ ਸਭ ਗੁਣ ਤੇਰੇ ਚ ਸਾਰੇ ਗੁਣ, ਔਗਣ ਸਭ ਆਸਾਨ। ਆ ਸਾਡਾ ਖੇਲ ਹੈ ਭੈਣ, ਸਾਡਾ ਸਾਰੇ ਔਗਣ ਸਾਡੇ ਚ ਨੇ, ਤੇ ਤਾਂ ਗੁਣ ਹੀ ਗੁਣ ਨੇ। ਗੁਰੂ ਪਾਤਸ਼ਾਹ ਜੀ ਦੀ ਆਪ ਪ੍ਰੀਤਮ ਜਦੋਂ ਧਰਤੀ ਤੇ ਪ੍ਰਗਟ ਹੋਇਆ ਸਾਨੂੰ ਸਮਝਾਉਣ ਲਈ, ਤਾਂ ਉਦੋਂ ਆਪ ਜੀਵਨ ਜਾਚ ਦੱਸਣ ਲਈ ਆਪ ਇਸਤਰੀ ਵੀ ਬਣ ਜਾਂਦਾ ਸੀ। ਜੀਵ ਇਸਤਰੀ ਬਣ ਕੇ ਵੀ ਆ ਸਾਰੇ ਗੁਣ ਗਾਏ ਨੇ। ਤੇ ਗਣ ਗਾਉਣੇ ਵੀ ਆਪਾਂ ਜੋ ਸੱਚਖੰਡ ਦੇ ਬਚਨ ਨੇ, ਪ੍ਰੀਤਮ ਦੇ ਬਚਨ ਨੇ, ਉਹਨਾਂ ਨਾਲ ਹੀ ਗੁਣ ਗਾਉਣੇ ਚੰਗੇ ਰਹਿੰਦੇ ਆ। ਕਿਉਂ? ਕੱਚੇ ਤਾਂ ਅਸੀਂ ਹੈਗੇ ਹੀ ਪਹਿਲਾਂ, ਸੱਚੇ ਨਾਲ ਤਾਂ ਸੱਚੇ ਦੀ ਬਾਣੀ ਦੀ ਵਿਚਾਰ ਹੀ ਹੋਣੀ ਚਾਹੀਦੀ ਹੈ ਸਿਰਫ।
क्यों असीं सचियारे बनना है। हौली हौली साडी मैल इत्थे लहनी आ, कच्ची कूड़ की मैल लैनी है, वो सच्ची नाल ही लैनी है। छोटे जे सी, हजे छोटी जी उम्र सी, ते महाराज ने आ बिरां दा सानू सबक सिखाया। नित आपदा चादर लैके मूँह लुको के पै जाना, असीं ਉਹ पैने आ। क्यों? रब नूं विछड़े आ, विछोड़ा होया होया। कित्थों आ गए असीं? इत्थे की करन आए आ? ਇਹ ਬਿਰਾ ਲੱਗ ਜੇ, ਇਹਨੂੰ ਬਿਰਾ ਕਹਿੰਦੇ ਆ। ਸੱਚਾ ਬਿਰਾ ਤੇ ਕੱਚਾ ਬਿਰਾ ਦੋ ਨੇ। ਕੱਚੀ ਬਿਰੀ ਤਾਂ ਸਾਨੂੰ ਸਾਰਾ ਦਿਨ ਲੱਗੀ ਹੋਈ ਹੈ, ਹਰ ਮਾਇਆ ਦੀਆਂ ਚੀਜ਼ਾਂ ਦੀ ਬਾਬਤ ਰੋਨੇ ਆ। ਸੱਚੇ ਬਿਰੀ ਅਸੀਂ ਰੋਏ ਸਤਿਗੁਰਾਂ ਦੀ ਖਾਤਰ ਨਹੀਂ ਰੋਏ। ਉਹ ਰੋਣਾ ਚੰਗਾ ਹੈ। ਇਹ ਅਗਲੀ ਵਾਰ ਰੋਣ ਦੀ ਗੱਲ ਕਰਾਂਗੇ। ਐਕੀ ਅਜੇ ਸੱਚੀ ਬਿਰੇ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ ਲੱਗਿਆ। ਪਾਤਸ਼ਾਹ ਨੇ ਉਦਾਹਰਨ ਦੇ ਕੇ ਪੇਸ਼ ਕੀਤੀ, ਤੇ ਮਾਤਾ ਜੀ ਨੂੰ ਫਿਕਰ, ਪਿਤਾ ਜੀ ਨੂੰ ਫਿਕਰ। ਸਾਡੇ ਵਰਗਾ ਸਰੀਰ ਧਾਰਿਆ ਸੀ ਸਾਨੂੰ ਸੱਚ ਸਿਖਾਉਣ ਲਈ, ਵੀ ਐ ਰੱਬ ਨਾਲ ਮਿਲਾਪ ਹੋਣਾ। ਕਿਉਂ? ਐਵੇਂ ਜਵਾਨੀ ਗੱਲਾਂ ਤੁਹਾਨੂੰ ਤਾਂ ਨਹੀਂ ਤਸੱਲੀ ਆਉਂਦੀ। ਆਪ ਜੀਵਨ ਜੀ ਕੇ 239 ਵਰੇ ਇੱਕ ਇੱਕ ਜੋ ਲਾਈਨ ਆ ਉਹ ਪ੍ਰੈਕਟੀਕਲ ਕਰਕੇ ਗਏ ਆ। ਨਹੀਂ ਸਾਨੂੰ ਸਮਝ ਆ। ਦੇਖੋ ਹੁਣ ਬਿਰੀ ਦਾ ਸਬਕ ਸਿਖਾਉਂਦੇ ਆ। ਵੱਡੇ ਹੋਏ ਕਦੇ ਚਾਦਰ ਲਈ, ਉਹ ਛੋਟੇ ਹੁੰਦੇ ਤੋਂ ਹੀ ਸ਼ੁਰੂ ਕਰ ਦਿੰਦੇ। ਪਿਤਾ ਜੀ ਨੂੰ ਵੀ ਫਿਕਰ ਪੈ ਗਿਆ, ਮਾਤਾ ਜੀ ਨੂੰ ਵੀ ਤੂੰ ਨਾ ਰੋਟੀ ਖਾਣਾ ਹੈ ਤੇ ਨਾ ਸਾਨੂੰ ਪਤਾ ਲੱਗਦਾ ਤੂੰ ਕਦੋਂ ਸੌਣਾ ਹੈ। ਸਾਰਾ ਦਿਨ ਚਾਦਰ ਲੈ ਕੇ ਪਿਆ ਰਹਿਣਾ। ਤੈਨੂੰ ਕੋਈ ਬਿਮਾਰੀ ਲੱਗੀ ਆ। ਬਾਹਰੋਂ ਵੈਸੇ ਇਹੀ ਲਾ ਲੈਂਦੇ ਆ ਵੀ ਬੱਚੇ ਨੂੰ ਕੁਛ ਬਿਮਾਰੀ ਲੱਗੀ ਆ। ਸਾਨੂੰ ਉਹ ਮਾਇਆ ਦੇ ਮੋਹ ਵਾਲਿਆਂ ਨੂੰ, ਮਾਤਾ ਤੇ ਪਿਤਾ ਜੀ ਨੂੰ ਦੋਹਾਂ ਨੂੰ ਪਰਦਾ ਪਾਇਆ ਸੀ। ਮਹਾਰਾਜ ਨੇ ਕਿਹਾ ਪਰਦਾ ਕਿਸੇ ਕਿਸੇ ਨੂੰ ਪਰਦਾ ਚੱਕੂਗਾ ਮੈਂ, ਨਹੀਂ ਸਮਝ ਨਹੀਂ ਆਉਂਦੀ ਕਿਸੇ ਨੂੰ। ਆਹ ਪਰਦਾ ਸਾਡੇ ਵੀ ਮਾਇਆ ਦੇ ਮੋਹ ਦਾ ਪਿਆ ਆ। ਸਾਨੂੰ ਕਿਹੜਾ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਪਰਮੇਸ਼ਰ ਦਿੰਦੇ ਆ। ਮੋਹ ਦਾ ਪਰਦਾ ਹੈ, ਇਹ ਹਨੇਰਾ ਹੈ। ਤੇ ਉਹ ਪਰਦਾ ਪਾਇਆ ਅਸੀਂ, ਤੇ ਦੋਹਾਂ ਨੂੰ ਆਪਾਂ ਦੁਨਿਆਵੀ ਵੀ ਇਹ ਬਿਮਾਰ ਨੇ, ਵੈਦ ਸੱਦ ਲਿਆ। ਤੇ ਡਾਕਟਰ ਨੇ ਨਾਬਜ਼ ਨੋਜ਼ ਫੜੀ ਗੁਰੂ ਸਾਹਿਬ ਦੀ, ਕਹਿਣ ਲੱਗਾ ਕੋਈ ਬਿਮਾਰੀ ਤਾਂ ਲੱਗਦੀ ਨਹੀਂ। ਉੱਥੇ ਮਹਾਰਾਜ ਕਿਹਾ ਵੈਦ ਪੜ ਬੁਲਾਇਆ ਵੈਦਗੀ ਪਕੜ ਟਨੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਏ। ਭੋਲਾ ਤੂੰ, ਤੈਨੂੰ ਨਹੀਂ ਪਤਾ ਜਿਹੜੀ ਮੇਰੇ ਅੰਦਰ ਲੋਚਾ ਰੱਬ ਨੂੰ ਵਿਛੋੜੇ ਦੀ ਅੱਗ ਲੱਗੀ ਹੋਈ ਆ ਨਾ ਕਲੇਜੇ 'ਚ, ਉਹ ਨਹੀਂ ਤੂੰ ਜਾਣਦਾ। ਉਹ ਪੀੜਾ ਨਹੀਂ ਜਾਣਦਾ ਤੂੰ। ਮੈਨੂੰ ਤਾਂ ਵਿਛੋੜੇ ਦੀ ਅੱਗ ਲੱਗੀ ਆ, ਮੈਨੂੰ ਬਿਮਾਰੀ ਥੋੜ੍ਹਾ ਗਈ। ਇਹ ਪਾਤਸ਼ਾਹ ਨੇ ਸਾਨੂੰ ਸਬਕ ਸਿਖਾਇਆ। ਇਹ ਕਲੇਜੇ 'ਚ ਲੱਗਣੀ ਚਾਹੀਦੀ ਆ। ਜਿਹਦੇ ਨਹੀਂ ਲੱਗੀ ਉਹਨੂੰ ਮਾਰੇ ਕਹਿੰਦੇ ਮਰਿਆ ਸਰੀਰ ਤੁਰਿਆ ਫਿਰਦਾ। ਇਹ ਵੀ ਕਹਿਤਾ। ਤੇ ਜਿਹਨੂੰ ਲੱਗ ਜਾਏ ਕਬੀਰ ਬਰਿਓ ਭੁਆੰਗਮ ਮਨ ਬਸੇ, ਮੰਤ ਨਾ ਜਾਣੇ ਕੋਈ। ਜਿਹਦੇ ਅੰਦਰ ਬਸ ਇਹ ਲੱਗ ਜੇ ਅੱਗ, ਬਿਰਾ ਦੀ ਪੀੜਾ ਸ਼ੁਰੂ ਹੋ ਜੇ, ਉਹਨੂੰ ਚੈਨ ਨਹੀਂ ਆਉਂਦੀ ਜਿੰਨਾ ਚਿਰ ਸਤਿਗੁਰ ਨਹੀਂ ਮਿਲਦੇ। ਜੀਵ ਇਸਤਰੀ ਨੂੰ ਪ੍ਰੀਤਮ ਨਹੀਂ ਮਿਲਦਾ। ਆਹ ਉਹ ਸ਼ਬਦ ਹੈ, ਇਹ ਉਹ ਸ਼ਬਦ ਹੈ। ਅੜੀਕ 'ਚ ਖੜੀ ਹੈ, ਰਾਹ ਦੇਖਦੀ ਆ ਪੰਥ ਨਿਹਾਰੇ ਕਾਮਣੀ। ਕਾਮਣੀ ਇਸਤਰੀ ਦਾ ਨਾਮ। ਪਾਲੀ ਲੈ ਉਹ ਸਾਸਾ ਅੱਖਾਂ 'ਚ ਅਥਰੂ ਨੇ। ਦੁਨਿਆਵੀ ਇਸਤਰੀ ਦਾ ਦਸਤਾਨ ਦੇ ਦੇ ਕੇ ਅਸਲ ਸਾਰੀ ਅੰਦਰਲੀ ਜੀਵ ਇਸਤਰੀ ਜਿਹੜੀ ਆ ਪ੍ਰੀਤਮ ਨੂੰ ਉਡੀਕ ਰਹੀ ਆ। ਹੁਣ ਆਪਾਂ ਉਡੀਕ 'ਚ ਹੀ ਬੈਠੇ ਆ ਕਿਉਂ ਆਏ ਆ ਇੱਥੇ? ਪ੍ਰੀਤਮ ਨੂੰ ਮਿਲਣ ਖਾਤਰ ਹੀ ਆਏ ਆ। ਤੇ ਜਦੋਂ ਤੋਂ ਸਾਨੂੰ ਸਮਝ ਲੱਗੀ ਹੈ, ਜਦੋਂ ਤੋਂ ਸਾਨੂੰ ਉਦੋਂ ਤੋਂ ਸਾਨੂੰ ਪ੍ਰੀਤਮ ਦੀ ਉਡੀਕ ਰਹਿੰਦੀ ਹੈ। ਅਸੀਂ ਪ੍ਰੀਤਮ ਨੂੰ ਯਾਦ ਕਰਦੀਆਂ ਵੀ ਤੂੰ ਆ ਜਾ। ਫਿਰ ਰੋਣਾ ਵੀ ਆਉਂਦਾ ਹੈ।
ਬਹੁਤ ਰੋਣਾ ਆਉਂਦਾ। ਇੱਕ ਰੰਗੀ ਹੋਈ ਰੂਹ ਦੇ ਕੋਲ ਗਿਆ ਤਾਂ ਮੈਨੂੰ ਕਹਿੰਦਾ ਰੱਬ ਨੂੰ ਮਿਲਣਾ ਹੈ? ਹਾਂ ਹਾਂ। ਕਹਿੰਦਾ 100 ਵਾਰ ਰੋਣਾ ਪਊ। ਗੱਲ ਸੱਚੀ ਹੈ, ਬਿਲਕੁਲ ਹੰਝੂ ਸੁੱਕ ਜਾਣਗੇ। ਤਾਂ ਕਿਉਂ? ਇੱਧਰੋਂ ਬਰਾਗ ਮਾਇਆ ਵੱਲੋਂ ਸਾਰੀ ਉਦਾਸੀ ਤਾਂ ਟੁੱਟਣੀ ਆ, ਉਧਰ ਪ੍ਰੇਮ ਸ਼ੁਰੂ ਹੋ ਜਾਣਾ ਹੈ। ਇਹ ਸਭ ਅੰਤਰੀ ਬਾਇਆ ਖਾਏ ਖੇਲ, ਬਹੁਤ ਸੂਖਸ਼ਮ, ਬਹੁਤ ਸੂਖਸ਼ਮ, ਬਰੀਕ ਹੈ। ਬਿਰਾ ਵੀ ਬਰੀਕ ਲੱਗਦਾ ਹੈ, ਇਸਤਰੀ ਵੀ ਬਰੀਕ ਹੈ, ਪ੍ਰੀਤਮ ਵੀ ਬਰੀਕ ਹੈ। ਜਿਹਨੂੰ ਮਿਲਣਾ ਹੈ ਪ੍ਰਕਾਸ਼ ਹੈ, ਪ੍ਰਕਾਸ਼ ਹੀ ਪ੍ਰਕਾਸ਼, ਪ੍ਰਕਾਸ਼ ਹੀ ਇਸਤਰੀ ਹੈ, ਪਰੰਤੂ ਉਹ ਤਾਂ ਹਨੇਰੇ 'ਚ ਫਿਰਦੀ ਹੈ। ਆਪਾਂ ਸਾਰੇ ਔਗਣਾਂ ਦਾ ਹਨੇਰਾ ਪਿਆ ਹੈ। ਪੱਗ ਨਾ ਖਿੱਸੇ, ਤੁਰ ਗਿਆ ਪ੍ਰੀਤਮ। ਹੁਣ ਪੈਰ ਨਹੀਂ ਤੁਰਦੇ, ਔਰ ਨਾ ਭੀਜੇ, ਪੱਗ ਨਾ ਖਿੱਸੇ, ਨਾ ਹਿਰਦਾ ਭਰਦਾ ਹੈ, ਨਾ ਪੈਰ ਤੁਰਦਾ ਹੈ। ਹਰ ਦਰਸ਼ਨ ਕੀ ਆਸਾ, ਮੈਨੂੰ ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਲੋਚਾ, ਦਰਸ਼ਨਾਂ ਦੀ ਆਸ, ਇਹ ਸਾਰੀਆਂ ਆਪਾਂ ਨੂੰ ਲੱਗਣੀਆਂ ਚਾਹੀਦੀਆਂ ਸੱਚੀ ਨੀਤ ਨਾਲ। ਤਾਂ ਸੱਚੀ ਬਿਰੀ ਹਾਂ ਆਪਾਂ। ਹਰ ਦਰਸ਼ਨ ਕੀ ਉੱਡੋ ਨਾ ਕਾਕਾ ਕਰੇ, ਮੇਰੇ ਪਾਪੋ ਕਾਲੇ ਕਾਮੋਂ, ਕਾਲੇ ਕਾਂ ਸਾਰੇ ਪਾਪ ਔਗਣ ਨੇ, ਉੱਡ ਜਾਓ, ਨਿਕਲ ਜਾਓ। ਵੇਖ ਮਰੀਜਾ ਆਪਣੇ ਰਾਮ ਪਿਆਰੇ, ਜਿੰਨਾ ਚਿਰ ਉਹ ਔਗਣ ਬੈਠੇ ਨੇ ਨਾ, ਉਹਨਾਂ ਚ ਰੱਬ ਨਾਲ ਮਿਲਾਪ, ਉਹਨਾਂ ਚ ਨਹੀਂ। ਉਹਨੂੰ ਕਹਿੰਦੇ ਤੂੰ ਨਿਕਲ ਹੀ ਜਾਓ ਇੱਥੋਂ, ਮੇਰਾ ਪ੍ਰੀਤਮ ਤਾਂ ਮੈਨੂੰ ਮਿਲੂ। ਇਹ ਅਖਰੀ ਅਰਥ ਨੇ। ਕਹੋ ਕਬੀਰ ਜੀਵਨ ਪਦ ਕਾਵੜ, ਇੱਥੇ ਸਾਨੂੰ ਪਾਤਸ਼ਾਹ ਨੇ ਜੀਵਨ ਕਾਹਦੇ ਵਾਸਤੇ ਦਿੱਤਾ? ਜੀਵਨ ਦਾ ਸਾਡੇ ਦਾ ਲਕਸ਼ ਕੀ ਹੈ? ਪ੍ਰੀਤਮ ਨੂੰ ਮਿਲਣਾ ਹੈ। ਸਿਰਫ ਸਾਰੀ ਸ੍ਰਿਸ਼ਟੀ ਇਵੇਂ ਹੈ, ਰੱਬ ਨੂੰ ਮਿਲਣਾ ਹੀ ਹੈ। ਜੇ ਰੱਬ ਨੂੰ ਨਾ ਮਿਲ ਸਕੇ ਬਸ ਖਤਮ ਕੰਮ, ਫਿਰ ਉਹ ਤਾਂ ਆਪਾਂ ਦੂਆ ਪਾਸਾ ਲੈਣਾ ਹੀ ਨਹੀਂ। ਰੱਬ ਨੂੰ ਮਿਲਣਾ ਕਿਵੇਂ ਆ? ਤੇ ਉਹ ਕਬੀਰ ਜੀ ਕਹਿੰਦੇ ਪ੍ਰੀਤਮ ਦੀ ਭਗਤੀ ਕਰਨੀ ਪਊ, ਮੁੜ ਕੇ ਭਗਤੀ ਕਰਨੀ ਪਊ, ਤਾਂ ਵਿਛੋੜਾ ਦੂਰ ਹੋਊ। ਸਾਰਾ ਦਿਨ ਬਾਹ ਬਾਹ ਕਰਨਾ ਪਊ। ਹੁਣੇ ਹੀ ਸ਼ਬਦ ਪੜਿਆ ਬੱਚੀ ਨੇ। ਤਾਂ ਜਿਹੜੀ ਹੈ ਪ੍ਰੀਤਮ ਤੇ ਤੇਰੇ ਵਿਚਾਲ ਦੀ ਹਉਮੈ ਦੀ ਕੰਧ ਟੁੱਟੂਗੀ। ਘਟਦੀ ਜਾਊ ਜਿਉਂ ਜਿਉਂ ਤੂੰ ਵਾਹ ਵਾਹ ਕਰੇਗਾ। ਗੁਰੂ ਤਾਂ ਪ੍ਰੀਤਮ ਦਾ ਨਾਂ ਹੀ ਹੈ ਨਾ। ਗੁਰੂ ਨੂੰ ਧੰਨ ਕਹਿਣਾ, ਵਾਹ ਕਹਿਣਾ। ਪ੍ਰੀਤਮ, ਗੁਰੂ ਪ੍ਰੀਤਮ ਵੀ ਹੈ ਤੇ ਗੁਰੂ ਸਤਿਗੁਰ ਵੀ ਹੈ, ਦੋਵੇਂ ਕੁਛ ਨੇ, ਵਿਚੋਲੇ ਵੀ ਨੇ। ਸਾਨੂੰ ਪੇਕੇ ਘਰ ਵਿੱਚੋਂ ਸਾਨੂੰ ਰੱਬ ਨਾਲ ਮਿਲਾਉਣ ਵੀ ਆਏ ਨੇ, ਆਪ ਹੀ ਆ ਕੇ ਸਾਨੂੰ ਬਿਰਹਾ ਦਾ ਸਬਕ ਦਿੱਤਾ ਹੈ। ਆਪ ਹੁਣ ਬਾਹਰ ਇਹਨੂੰ ਰੋਕ ਸੀ ਕੋਈ ਨਹੀਂ, ਸਾਨੂੰ ਸਬਕ ਸਿਖਾਇਆ। ਸਾਨੂੰ ਇਹ ਲਾਈਨਾਂ ਦੱਸਣੀਆਂ ਸੀ ਵੀ ਤੇਰੇ ਅੰਦਰ ਤਾਂ ਵਿਛੋੜੇ ਦਾ ਰੋਗ ਹੈ, ਉਹਨੇ ਸਾਰੀਆਂ ਬਿਮਾਰੀਆਂ ਲਾਈਆਂ। ਦੇਖੋ ਕਿਵੇਂ ਸਾਰਾ ਸੰਸਾਰ ਹਸਪਤਾਲ ਭਰੇ ਪਏ ਨੇ ਵਿਛੋੜੇ ਕਾਰਨ। ਇਹ ਵਿਛੜੇ ਕਰਕੇ ਆ। ਵਾਹਿਗੁਰੂ ਤਾਂ ਸਾਡੇ ਜੀਵਾਤਮਾ ਵੀ ਅਰੋਗ ਚਾਹੀਦੀ ਹੈ, ਵਾਹਿਗੁਰੂ ਤਾਂ ਤੰਦਰੁਸਤ ਹੈ, ਹੁਣ ਤਾਂ ਕੋਈ ਬਿਮਾਰੀ ਨਹੀਂ। ਨਾ ਉਹ ਮਰਦਾ, ਨਾ ਹਮ ਡਰਿਆ, ਨਾ ਉਹ ਬਿਨਸੇ, ਨਾ ਹਮ ਕੜਿਆ, ਉਵੇਂ ਹੀ ਸਾਡੇ ਹੀ ਆ। ਮਹਾਰਾਜ ਨੇ ਉਹਦਾ ਐਨ ਸਾਨੂੰ ਉਹਦੇ ਵਰਗੀ ਦੱਸਿਆ ਤੇ ਅਸੀਂ ਕਿਵੇਂ ਹੋਏ ਪਏ ਹਾਂ। ਬਿਰੋਂ ਜੀਵਨ ਦਾ ਲਕਸ਼ ਸਾਡਾ ਜਿਉ ਇੱਥੇ ਆਉਣ ਦਾ ਤੇ ਜਾਣ ਦਾ, ਤੇ ਇਹ ਵੀ ਸਾਨੂੰ ਲਿਮਟਿਡ ਸਮਾਂ ਮਿਲਿਆ। ਸਾਹ ਲਿਖੇ ਨੇ ਉਹਨੇ ਹੀ ਮਿਲਣੇ, ਉਹ ਤੋਂ ਵੱਧ ਨਹੀਂ ਮਿਲਣੇ। ਹੁਣ ਬਿਰੋਂ ਦੇ ਵਿੱਚ ਇਸਤਰੀ ਜਿਹੜੀ ਹੈ
ਦੇਖੋ ਫਿਰ ਉਹਦੀ ਹੱਦਾਂ ਜਿਹਨੂੰ ਨਹੀਂ, ਹਜੇ ਆਪਾਂ ਉਹਨਾਂ ਵਿੱਚੋਂ ਹੀ ਆਉਨੇ ਆ। 10ਵੇਂ ਦੁਆਰ ਤੱਕ ਉੱਪਰ ਨਹੀਂ ਦਿੰਦੀ ਮਾਇਆ ਤੇ ਹਉਮੈ, ਨਾਮ ਪੂਰਾ 10ਵੇਂ ਦੁਆਰ ਵਿੱਚੋਂ ਜਾਣ ਹੀ ਨਹੀਂ ਦਿੰਦੀ, ਸਰੀਰ ਹੀ ਨਹੀਂ ਜਾਣ ਦਿੰਦਾ ਬਾਹਰਲਾ। ਨੌ ਦਰਵਾਜ਼ੇ ਨਹੀਂ ਜਾਣ ਦਿੰਦੇ ਇਹਦੇ ਲੱਗੇ ਹੋਏ। ਸਾਰੇ ਰੋਕ ਲਾਉਂਦੇ ਆ ਵੀ ਪ੍ਰੀਤਮ ਨੂੰ ਮਿਲ ਨਾ ਸਕੇ, ਇਹ ਲੱਭ ਨਾ ਲਵੇ। ਲੱਭਣਾ ਹੈ ਉਹਨੂੰ, ਤੇ ਗੁਰੂ ਸਾਹਿਬ ਤੋਂ ਬਗੈਰ ਕੋਈ ਲਵਾ ਨਹੀਂ ਸਕਦਾ। ਇੱਕੋ ਹੀ ਸ੍ਰਿਸ਼ਟੀ 'ਚ ਮਾਲਕ ਹੈ, ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਜੀਵਾਤਮਾ ਨੂੰ ਪਰਮਾਤਮਾ ਨਾਲ ਮਿਲਾ ਸਕਦਾ। ਇਹ ਹੀ ਸੱਚਖੰਡ ਦਾ ਮਾਲਕ ਹੈ, ਇਹ ਹੀ ਸਾਨੂੰ ਘਰੇ ਲਿਜਾ ਸਕਦਾ ਹੈ, ਇਹ ਹੀ ਸਾਨੂੰ ਇਹਦੇ ਨਾਲ ਹੀ ਵਿਆਹ ਕਰਾਉਣਾ ਹੈ, ਇਹਦੇ ਨਾਲ ਹੀ ਪਿਆਰ ਪਾਉਣਾ ਹੈ। ਇਹ ਸਾਡਾ ਪਿਆਰ ਪਾਉਂਦੇ ਨੇ ਟੁੱਟਿਆਂ ਦਾ, ਤੇ ਬਾਕੀ ਇਹ ਸਾਡਾ ਨਾ ਸਾਰੀ ਨੀਤ ਜਾਣਦੇ ਆ ਵੀ ਜੀਵ ਇਸਤਰੀ ਮਿਲਣਾ ਵੀ ਚਾਹੁੰਦੀ ਹੈ। ਕਿਤੇ ਉੱਤੋਂ ਤਾਂ ਨਹੀਂ, ਉਹਨੂੰ ਕਪਟੀ ਪ੍ਰੇਮ ਕਹਿੰਦੇ ਆ। ਪਹਿਲਾਂ ਕਪਟੀ ਪ੍ਰੇਮ ਕਰਦੇ ਕਰਦੇ ਸੱਚੀ ਆਸ਼ਕੀ ਚਾਹੀਦੀ ਆ, ਕਪਟੀ ਨਹੀਂ ਉਹਨੂੰ ਪਸੰਦ। ਮੋਰੀ ਰੁਣ ਚੁਣ ਲਾਇਆ, ਆ ਦੇਖੋ ਕੀ ਆ, ਦੇਖ ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਸਾਵਣ ਦਾ ਮਹੀਨਾ ਆਇਆ ਤੇ ਮੋਰਾਂ ਨੇ ਪਹਿਲਾਂ ਪਾਈਆਂ, ਬੋਲਦੀਆਂ ਨੇ, ਬੋਲਦੇ ਸੋਹਣੇ ਲੱਗਦੇ ਆ। ਤੇਰੇ ਮੁੰਦ ਕਟਾਰੇ ਜੇਵੜਾ, ਤੈਨੂੰ ਲੋਭੀ ਲੋਭ ਲਵਾਇਆ। ਮੈਂ ਸਾਰੀ ਤੇਰੀ ਕੁਦਰਤ ਬਸਿਆ, ਤੈਨੂੰ ਦੇਖ ਕੇ ਨਾ ਤੇ ਮੇਰੇ ਮਨ 'ਚ ਵਿੱਚ ਆ ਗਿਆ ਵੀ ਪ੍ਰੀਤਮ ਹੈ, ਮੇਰਾ ਪ੍ਰੀਤਮ ਇਹੋ ਜਿਹਾ, ਦੇਖ ਕਿੰਨੇ ਸੋਹਣੇ ਉਹਨੇ ਕੁਦਰਤ ਬਣਾਈ ਆ। ਮੇਰੇ ਅੰਦਰ ਵੀ ਲੋਚ ਆ ਗਈ ਉਹਨੂੰ ਮਿਲਣ ਦੀ, ਵੀ ਮੈਂ ਵੀ ਮਿਲਾਂ। ਹੁਣ ਦਰਸ਼ਨ ਬਿਟੋਂ ਬੰਝੀਏ, ਹੁਣ ਨਾਮ ਬਿਟੋਂ ਕਰਵਾਣੋ। ਤੇਰੇ ਦਰਸ਼ਨਾਂ ਤੋਂ ਮੈਂ ਬਾਹਰੇ ਜਾਵਾਂ ਪ੍ਰੀਤਮਾ, ਤੇਰੇ ਨਾਮ ਤੋਂ ਬਲਿਹਾਰੇ ਜਾਵਾਂ। ਜਾ ਤੂੰ ਤਾਂ ਮਾਣ ਕੀਆ, ਜਦੋਂ ਤੂੰ ਹੈਗਾ ਤਾਂ ਮੇਰਾ ਮਾਣ ਹੋ। ਤੁਧ ਬਿਨ ਕਿਹਾ ਮੇਰਾ ਮਾਣੋ, ਤੇ ਤੋਂ ਬਗੈਰ ਮੇਰਾ ਕਾਹਨ ਮਾਣ। ਦੇਖੋ ਜਿਹਨੂੰ ਪ੍ਰੇਮ ਅੰਦਰੋਂ, ਉਹਨੂੰ ਪਤਾ ਲੱਗ ਗਿਆ ਵੀ ਆ ਸਾਰਾ ਕੁਛ ਤਾਂ ਪ੍ਰੀਤਮ ਤੋਂ ਬਗੈਰ ਮੇਰਾ ਕੱਖ ਵੀ ਨਹੀਂ ਹੈ, ਕੋਈ ਆਸਰਾ ਦੇਣ ਵਾਲਾ ਹੀ ਨਹੀਂ ਹੈ। ਇੱਥੇ ਵੀ ਨਹੀਂ ਸੁੱਖ ਦੇ ਸਕਦਾ, ਅੱਗੇ ਵੀ ਦੁਖੀ ਆ ਮੈਂ ਤਾਂ। ਵਿਛੋੜਾ ਪਹਿਲਾਂ ਸਾਰੇ ਦੁੱਖ ਪੈਦਾ ਕਰਦਾ ਹੈ। ਸਭ ਤੋਂ ਵੱਡਾ ਵਿਛੋੜਾ ਇੱਥੇ, ਜਿੰਨੀ ਦੁਨੀਆ ਰੋਂਦੀ ਆ, ਨਾਨਕ ਦੁਖੀਆ ਸਭ ਸੰਸਾਰ ਲਿਖਿਆ ਮਹਾਰਾਜ, ਸਾਰਾ ਸੰਸਾਰ ਰੋਂਦਾ ਹੈ। ਉੱਤੋਂ ਨਹੀਂ ਰੋਂਦਾ, ਪਰ ਵਿੱਚੋਂ ਆਤਮਾ ਰੋਂਦੀ ਹੈ। ਉਹ ਦੁਖੀ ਹੈ, ਉਹ ਵਿਛੜੀ ਹੈ, ਉਹਦਾ ਹੀਲਾ ਕੋਈ ਨਹੀਂ ਹੈ, ਉਹਨੂੰ ਖੁਸ਼ੀ ਨਹੀਂ ਹੈ, ਉਹਨੂੰ ਆਨੰਦ ਨਹੀਂ ਹੈ। ਉਹ ਕਿਸੇ ਚੀਜ਼ ਦੂਜੀ ਨਾਲ ਪਿਆਰ ਕਰਦੀ ਆ, ਉਹ ਵਿਛੜ ਜਾਂਦੀ ਆ, ਉੱਥੋਂ ਫਿਰ ਦੁਖੀ ਹੁੰਦੀ ਹੈ। ਦੇਖ ਲਓ ਕੋਈ ਚੀਜ਼ ਵੀ ਜਿਹਦੇ ਨਾਲ ਤੁਸੀਂ ਪਿਆਰ ਪਾਵੋਗੇ ਉਹਨੇ ਟੁੱਟ ਜਾਣਾ, ਉਹਨੇ ਸਾਡੇ ਨਾਲ ਵਿਛੋੜਾ ਹੋ ਜਾਣਾ। ਇੱਥੇ ਵੀ ਇੱਕ ਦੂਏ ਨੂੰ ਵਿਛੜੇ ਫਿਰਦੇ ਆ, ਤੁਰਦੇ ਫਿਰਦੇ ਵੀ। ਸਰੀਰਾਂ ਦਾ ਮਲਾਪ ਨਹੀਂ ਹੈ, ਆਤਮਾ ਦਾ ਮਲਾਪ, ਪਰਮਾਤਮਾ ਨਾਲ ਅਸਲੀ ਮਲਾਪ ਹੈ। ਨਾਮ ਬਿਟੋਂ ਕਰਵਾਣੋ, ਤੇਰੇ ਨਾਮ ਤੋਂ ਕਰਵਾਨ ਜਾਓ। ਆ ਦੇਖੋ ਹੁਣ ਬੀਬੀ ਇਹੋ ਜੀ ਜਿਹੜੀ ਬਾਹਰਲੇ ਦਸਤਾਨ ਦੇ ਕੇ ਸਾਨੂੰ ਦੱਸਣਾ, ਚੂੜਾ ਭੰਨ ਪਲੰਗ ਦਾ, ਜੋ ਸਣਵਾਹੀ ਸਣਵਾਹਾ, ਇਹਤੇ ਵੇਸ ਕਰੇਂਦੀਏ 100
ਰਾਤਾ ਅਬਰਾਹਾ, ਮੈਂ ਆਪਦੀਆਂ ਬੰਗਾਂ ਭੰਨਦਿਆਂ 100 ਪਲੰਗ ਭੰਨਦਿਆਂ ਆਪਦੀਆਂ ਬਾਹਾਂ ਮਾਰ ਮਾਰ ਕੇ ਕੰਧ ਦੂਜੀਆਂ ਪਲੰਗ ਨਾਲ ਇੰਨਾ ਬਿਰੋਂ ਹੈ, ਬਾਹ ਪਾਉਂਦਿਆਂ ਮੇਰਾ ਪਤੀ ਨਹੀਂ ਮੇਰੇ ਕੋਲ ਹੈ। ਕਿਉਂ? ਉਹ ਤਾਂ ਕਿਸੇ ਨੂੰ ਹੋਰ ਪਿਆਰ ਕਰਦਾ, ਮੈਨੂੰ ਤਾਂ ਕਰਦਾ ਹੀ ਨਹੀਂ। 100 ਰਾਤਾਂ ਬਰਾਹਾ ਕਿਸੇ ਨੂੰ ਹੋਰ ਕਰਦਾ, ਮੈਨੂੰ ਨਹੀਂ ਪਿਆਰ ਕਰਦਾ। ਮੈਂ ਇਹ ਜਿਹੀਆਂ ਬਾਹਾਂ ਤੋਂ ਕੀ ਕਰਾਉਣਾ, ਇਹ ਜੇ ਚੂੜੇ ਪਹਿਨੇ ਤੋਂ ਕੀ ਕਰਾਉਣਾ, ਪਲੰਗ ਨੂੰ ਤੋੜਦਿਆਂ ਜਾਂ ਉਹਨੇ ਸੇਜ ਤੇ ਹੀ ਨਹੀਂ ਆਉਣਾ। ਸਾਰਾ ਭੇਖ ਬਾਹਰਲਾ ਇਹ ਆ ਭਾਵ, ਸਾਰਾ ਭੇਖ ਜਿੰਨਾ ਚਿਰ ਅੰਦਰ ਮਿਲਾਪ ਦੀ ਗੱਲ ਨਹੀਂ ਨਾ ਹੈ ਅੰਦਰ, ਉਹਨਾਂ 'ਚ ਸਾਰਾ ਐਂ ਹੀ ਹੈ। ਬਾਹਰਲਾ ਧਾਰਮਿਕ ਭੇਖ ਵੀ ਦੁਨੀਆਦਾਰੀ ਨਹੀਂ ਬੈਠੀ, ਕੋਈ ਖੱਟੇ ਕੱਪੜੇ ਪਾਈ ਫਿਰਦਾ, ਕੋਈ ਪੀਲੇ ਕੱਪੜੇ ਪਾਈ ਫਿਰਦਾ, ਕੋਈ ਸਾਰੇ ਰੱਬ ਮਿਲਿਆ ਨਾ ਮਿਲਣਾ। ਇਹਦਾ ਪ੍ਰੀਤਮ ਨੇ ਆ ਕੇ ਆਪਦੀ ਸਾਰੀ ਜਾਂਚ ਸਮਝਾਈ ਹੈ, ਮੰਗਣੀ ਕਰਾਈ ਆ, ਤੇ ਉਹਨੂੰ ਆਪਦੇ ਕੋਲੋਂ ਆਪਦੇ ਕਕਾਰ ਦੇ ਕੇ ਗਿਆ ਵੀ ਆਹ ਸਾਂਭ ਕੇ ਰੱਖੀ, ਮੇਰੀ ਵਰਦੀ ਮੈਨੂੰ ਆਹ ਪਸੰਦ ਆ, ਇਹਨੂੰ ਵਰਦੀ ਨੂੰ ਪਰੇ ਨਾ ਕਰੀ, ਇਹ ਆ ਬਾਹਰਲੀ ਵਰਦੀ ਸਿਰਫ। ਪਰੰਤੂ ਇਹ ਬਾਹਰਲੀ ਵਰਦੀ ਨੂੰ ਸਭ ਕੁਝ ਸਮਝੀ ਨਾ, ਇਹ ਤਾਂ ਬਾੜ ਲਾਈ ਆ ਤੇਰੇ ਔਗਣ ਨਾ, ਤੇਰੇ ਅੰਦਰ ਔਗਣ ਨਾ ਬਣਨ। ਕਾਮ ਕਰੋ ਲੋਭ ਹੰਕਾਰਾਂ ਤੋਂ ਤੇ ਗੰਦੀਆਂ ਆਤਮਾ ਤੋਂ ਤੈਨੂੰ ਬਚਾ ਰੱਖੇ, ਇਹ ਤਾਂ ਤੇਰੇ ਵਾਸਤੇ ਮੈਂ ਬਾੜ ਲਾ ਕੇ ਗਿਆ। ਪਰੰਤੂ ਅੰਦਰੋਂ ਤੂੰ ਸਾਰਾ ਦਿਨ ਮੈਨੂੰ ਯਾਦ ਕਰਨਾ ਤੇ ਸਾਰੇ ਗੁਣ ਪੈਦਾ ਕਰਨੇ ਆ। ਉਹ ਮੈਂ ਕਿਵੇਂ ਕਰਾਂ ਪਾਤਸ਼ਾਹ, ਕਿੱਥੋਂ? ਗੁਰਮਿਲ ਚੱਜ ਆਚਾਰ ਸਿੱਖ, ਇੱਥੇ ਗੁਰੂ ਤੋਂ, ਸਤਿਗੁਰ ਤੋਂ, ਗੁਰੂ ਨਾਨਕ ਤੋਂ ਚੱਜ ਉਚਾਰੀ ਸਿੱਖੀ, ਤੁਧ ਕਦੇ ਨਾ ਲੱਗੇ ਦੁੱਖ, ਤੈਨੂੰ ਕਦੇ ਦੁੱਖ ਨਹੀਂ ਲੱਗੂਗਾ ਜੇ ਤੂੰ ਸਾਰ ਚੱਜ ਉਚਾਰ। ਹੁਣ ਸਾਨੂੰ ਸਾਰੇ ਪਹਿਲੇ ਦਿਨ ਹੀ ਸਮਝਾਈਆਂ ਸਾਰੀਆਂ ਕਰਿਆ ਤਾਂ ਵੀ ਆਹ ਕੰਮ ਨਹੀਂ ਕਰਨੇ। ਦੇਖੋ ਕਿੰਨਾ ਪ੍ਰੀਤਮ ਸਾਡੇ ਤੇ ਖੁਸ਼ ਹੋਇਆ, ਸਾਨੂੰ ਪਹਿਲੇ ਦਿਨ ਜਾਂਚ ਦੱਸੀ, ਫਿਰ ਬਾਕੀ ਸਾਰੀ ਜਾਂਚ, ਫਿਰ ਸਾਰੀ ਰਹਿਤ ਜਿਹੜੇ ਹਜੇ ਸੂਖਸ਼ਮ ਔਗਣ ਨੇ ਸਾਡੇ ਅੰਦਰ, ਈਰਖਾ, ਦਵੈਸ਼, ਨਿੰਦਾ, ਚੁਗਲੀ, ਸਭ ਔਗਣ ਭਰੇ ਪਏ ਆ, ਉਹ ਸਾਰਿਆਂ ਨੂੰ ਫਿਰ ਸਾਨੂੰ ਸਮਝਾਇਆ, ਕੱਲੇ ਕੱਲੇ ਔਗਣ ਦੀ ਬਾਤ ਸਮਝਾਇਆ, ਕਿੰਨਾ ਬਰੀਕੀ ਨਾਲ ਸਮਝਾਇਆ ਵੀ ਆਹ ਇੰਨਾ ਭੈੜਾ ਹੈ, ਇਹ ਤੇਰਾ ਬੈਰੀ ਹੈ, ਇਹ ਤੈਨੂੰ ਰੱਬ ਨਾਲ ਨਹੀਂ ਮਿਲਣ ਦੇਣਾ, ਇਹਨੂੰ ਪ੍ਰੀਤਮ ਨਾਲ ਨਹੀਂ ਮਿਲਣ ਦੇਣਾ। ਪ੍ਰੀਤਮ ਦੇ ਸੱਚਖੰਡ ਦੇ ਘਰ ਵਿੱਚ ਇਹ ਚੀਜ਼ਾਂ ਨਹੀਂ ਚਾਹੀਦੀਆਂ, ਇਹ ਇੱਥੇ ਹੀ ਤੂੰ ਪ੍ਰਧਾਨ ਕੋਲ ਆ, ਉੱਥੇ ਨਹੀਂ ਪ੍ਰਧਾਨ। ਨਾ ਮੁਨਿਆਰ, ਨਾ ਚੂੜੀਆਂ, ਨਾ ਸੇ ਬੰਗੜੀਆਂ, ਨਾ ਤਾਂ ਜਿਹੜਾ ਚੂੜੀਆਂ ਵੇਚਣ ਵਾਲਾ ਕੋਈ ਸਾਰੂ ਆ ਤੇਰਾ, ਨਾ ਬੰਗਾ, ਨਾ ਕੋਈ ਬੰਗਾ ਜਿਹੜੀਆਂ ਪਹਿਨੀਆਂ। ਸਹਿ ਕੰਠ ਨਾ ਲੱਗੀਆਂ, ਸੇ ਜਲਣ ਸੇ ਬਾੜੀਆਂ, ਜਿਹੜੀਆਂ ਪਤੀ ਦੇ ਨਾਲ ਜੱਫੀ ਪਾ ਕੇ ਲੱਗੀਆਂ ਹੀ ਨਹੀਂ ਬਾਹਾਂ, ਉਹ ਜੜ ਜਾਣ। ਹੁਣ ਸਾਨੂੰ ਵੀ ਗੁਰੂ ਨਾਨਕ ਦੇ ਨਾਲ ਬਾਹਾਂ ਲੱਗੀਆਂ, ਗੁਰੂ ਨਾਨਕ ਨਾਲ ਜੱਫੀ ਪਈ ਹੈ, ਮਿਲਦੇ ਨੇ ਪਾਤਸ਼ਾਹ ਨੂੰ, ਦੇਖੋ ਕਿੰਨੀ ਦੂਰ ਖੜੇ ਆ, ਤੇ ਮੈਂ ਬੰਗਾ ਤੇ ਬੰਗਾ ਪਹਿਨੀ ਬੈਠੀਆਂ ਬਾਹਾਂ, ਤੇ ਬਾਹਾਂ ਸੜ ਜਾਣੇ ਇਹ ਜੀਆਂ ਜਿਹੜੀਆਂ ਬਾਬੇ ਨਾਨਕ ਦੇ ਲੜ ਨਹੀਂ ਲੱਗੀਆਂ, ਗੁਰੂ ਨਾਨਕ ਮੇਰੇ ਪਤੀ ਦੇ ਲੜ ਨਹੀਂ ਲੱਗੀਆਂ। ਮੇਰਾ ਪਤੀ ਆਓ, ਸਈਆਂ 100 ਰਾਵਣ ਗਈਆਂ, ਸਾਰੀਆਂ ਆਈਆਂ, ਆਪਾਂ ਸਈਆਂ ਆਈਆਂ, ਸਾਰੀਆਂ ਪ੍ਰੀਤਮ ਨੂੰ ਮਿਲਣ ਆਈਆਂ, ਉਹਦਾ ਰੰਗ ਮਾਨਣ ਆਈਆਂ, ਅੰਦਰੋਂ ਰਸ ਮਾਨਣ ਆਈਆਂ। ਮੈਂ ਦਾਦੀ ਕੇ ਦਰ ਜਾਵਾਂ, ਮੈਂ ਕਰਮਹੀਣ ਕਿੱਥੇ ਜਾਵਾਂ, ਕਰਮਾਂ ਦੀ ਸੜੀ ਪਈ ਆ, ਕਰਮ ਮਾੜੇ ਨੇ ਮੇਰੇ, ਸਾਰੀਆਂ ਸੁਹੀ ਨੇ ਮੇਰੇ ਨੂੰ ਚੰਗੀਆਂ ਨੇ। ਅਮਾਲੀ ਹੋ ਖਰੀ ਸਜੱਜੀ, ਇੱਥੇ ਤਾਂ ਮੈਂ ਨਾ ਭੈਣੇ, ਅਮਾਲੀ ਭੈਣ,
ਬੁੰਦ ਵੀ ਇਸਤਰੀ ਦਾ ਨਾਂ। ਮੈਂ ਇੱਥੇ ਭੈਣ ਬਹੁਤ ਆਪਦ ਜਾਣੀ ਸਿਆਣੀ ਬਣੀ ਫਿਰਦੀ ਆ। ਤੈਸਾ ਇੱਕ ਨਾ ਭਾਵਾ, ਮੇਰੇ ਪਤੀ ਨੂੰ ਤਾਂ ਇੱਕ ਗੁਣ ਵੀ ਨਹੀਂ ਪਸੰਦ ਮੇਰਾ, ਮੈਂ ਤਾਂ ਉਗਣਾ ਨਾ ਭਰੀ ਪਈ ਆ। ਪਤੀ ਨੂੰ ਤਾਂ ਇਹ ਗੁਣ ਕੋਈ ਵੀ ਪਸੰਦ ਨਹੀਂ ਹੈ। ਕਾਮ ਕ੍ਰੋਧ ਲੋਭ ਹੰਕਾਰ, ਲਾਭ ਲੋਭ ਹੰਕਾਰ ਕੀ ਮਾਤੀ ਮਾਇਆ ਮੈਂ ਸੁਹਾਣੀ, ਇਨੀ ਬਾਤੀ ਸੋ ਪਾਈਏ ਨਹੀਂ ਭਈ ਕਾਮਣੇ ਆਣੀ। ਇਹਨਾਂ ਨਾਲ ਨਹੀਂ ਰੱਬ ਮਿਲਣਾ। ਤੂੰ ਤਾਂ ਲਾਭ ਲੋਭ ਹੰਕਾਰ ਦੀ ਮੱਤੀ ਪਈ ਆ। ਆ ਦੇਖੋ ਇੱਕ ਭਗਤਾਂ ਹੀ ਜੇ ਭਗਤੀ ਕਰਨੀ, ਲਾਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਆ ਤੇ ਅਮਲ ਕਰਨਾ ਹੈ। ਪ੍ਰੀਤਮ ਦੇ ਸ਼ਬਦ ਨੇ। ਤੈਨੂੰ ਤਾਂ ਚਸਕੇ ਹੀ ਪਹਿਲਾਂ ਲਾਭ ਹੀ ਨਹੀਂ, ਸਤੋਂ ਤਾਂ ਚਸਕਾ ਹੀ ਨਹੀਂ ਛੁੱਟਦਾ ਕਿਸ ਚੀਜ਼ ਦਾ। ਲਾਭ ਹੁੰਦਾ ਚਸਕਾ। ਚਸਕਾ ਇੱਕ ਨਹੀਂ ਹੈ, ਕੱਪੜਿਆਂ ਦਾ ਚਸਕਾ, ਸੋਨੇ ਦਾ ਚਸਕਾ, ਚਾਂਦੀ ਦਾ ਚਸਕਾ, ਕਾਰਾਂ ਦਾ ਚਸਕਾ, ਕੋਠੀਆਂ ਦਾ ਚਸਕਾ, ਇਹ ਖਾਣ ਦਾ ਚਸਕਾ, ਪਹਿਨ ਸਭ ਚਸਕੇ ਸਾਡੇ ਅੰਦਰ ਬੜੇ ਬੈਠੇ। ਤੂੰ ਤਾਂ ਇਹ ਚਸਕਿਆਂ ਜੀ ਫਸੀ ਪਈ ਆ। ਤੈਨੂੰ ਮੇਰੇ ਸੂ ਚਸਕੇ ਦਾ ਤਾਂ ਪਤਾ ਹੀ ਨਹੀਂ। ਤੇ ਤੂੰ ਭੁੱਖੀ ਆ, ਤੂੰ ਰੱਜਣਾ ਨਹੀਂ ਇਹਦੇ ਨਾਲ। ਹਾਂ, ਭੁੱਖੇ ਦੇ ਭੁੱਖੋ ਦੇਖੋ ਕਿ ਕੋਈ ਰੱਜਿਆ ਹੋਵੇ। ਭੁੱਖੀ ਦੀ ਭੁੱਖੀ ਮਰਦਿਆ ਦੁਖੀ ਆ। ਸਗੋਂ ਚਸਕੇ ਮਗਰੋਂ, ਹਰੇਕ ਚਸਕਾ ਮਗਰੋਂ ਦੁੱਖ ਦਿੰਦਾ ਹੈ। ਉਹ ਖੜਾ ਨਹੀਂ ਛੁੱਟਦਾ ਅੰਦਰੋਂ, ਨਾ ਉਹਦੀ ਆਦਤ ਛੁੱਟਦੀ ਹੈ ਚਸਕੇ ਦੀ। ਜਿਹਨੂੰ ਅਮਲ ਲੱਗ ਜਾਂਦਾ ਉਹ ਛੱਡ ਕੇ ਦਿਖਾਵੇ ਚਸਕਾ। ਕੋਈ ਵੀ ਅਮਲ ਲੱਗਿਆ ਜਿਹਨੂੰ, ਉਹਦੇ ਇਹ ਜੀ ਐਂ ਛਡਾ ਦੇਂਗੇ, ਐਂ ਛਡਾ ਦੇਂਗੇ। ਕਿੱਥੋਂ ਛਡਾ ਦੂ ਜਿੰਨਾ ਚਿਰ ਅੰਮ੍ਰਿਤ ਦਾ ਚਸਕਾ ਨਹੀਂ ਮਿਲਦਾ, ਗੁਰੂ ਸਾਹਿਬ ਦਾ ਚਸਕਾ ਨਹੀਂ ਮਿਲਦਾ, ਉਹਦੇ ਪ੍ਰੇਮ ਨਾ ਮਿਲਣਾ। ਉਹ ਤੇ ਤੂੰ ਪ੍ਰੇਮ ਕਿਹਦੇ ਨਾਲ ਕਰਦੀ ਹੈ? ਤੂੰ ਤਾਂ ਬਾਹਰਲੇ ਸਰੀਰ ਨੂੰ ਕਰਦੀ ਹੈ। ਇਹ ਭੁੱਖਾ ਹੈ ਚਸਕਿਆਂ ਦਾ। ਇਹ ਸੋਹਣਾ ਬਣਨ ਦਾ ਭੁੱਖਾ ਹੈ, ਇੱਕ ਚਸਕਾ ਇਹਦਾ। ਦੂਜਾ ਚਸਕਾ ਇਹਦਾ ਨਸ਼ਿਆਂ ਮਸਤ ਰਹਿਣਾ ਚਾਹੁੰਦਾ ਹੈ, ਨਸ਼ੇ ਖਾਂਦਾ ਹੈ। ਤੀਜਾ ਚਸਕਾ ਇਹਦਾ ਇਹ ਕਾਮ ਦਾ ਬਣਿਆ ਹੋਇਆ, ਕਾਮ ਤੋਂ ਬਣਿਆ, ਕਾਮ ਦਾ ਚਸਕਾ ਇਹਦਾ। ਚੌਥਾ ਚਸਕਾ ਇਹ ਮਾਸ ਦਾ ਬਣਿਆ ਹੋਇਆ, ਮਾਸ ਦਾ ਚਸਕਾ ਹੈ। ਇਹ ਚਾਰੇ ਚਸਕੇ ਬਾਹਰਲੇ ਦੇ ਛਡਾਏ ਆ ਕਰੈਤਾਂ ਚ। ਇਹਨਾਂ ਚਸਕਿਆਂ ਨੂੰ ਛੱਡੇਂਗੀ, ਇਹਨਾਂ ਨੂੰ ਇਹ ਚਸਕੇ ਤੈਨੂੰ ਡੋਬ ਦੇਣਗੇ। ਤੂੰ ਕਿੱਥੇ ਇਸ ਤਰੀਕੇ ਦੀ ਆ। ਇੱਥੇ ਅੰਮ੍ਰਿਤ ਦਾ ਚਸਕਾ ਲੱਗਣਾ, ਅੰਮ੍ਰਿਤ ਪੀਣਾ। ਪਾਤਸ਼ਾਹ ਨੇ ਪਹਿਲੇ ਦਿਨ ਵੀ ਅੰਮ੍ਰਿਤ ਪਿਆ ਕੇ ਵੀ ਕੋਲੋਂ ਗਏ ਆ। ਉਹ ਕਿਉਂ ਜਾ ਕੇ ਗਏ ਆ? ਇਹ ਸੁੱਤੀ ਪਈ ਸੀ ਆ ਜੀਵਾ, ਇਸਤਰੀ ਮਰੀ ਪਈ ਸੀ, ਉਹਨੂੰ ਜਗਾ ਕੇ ਗਏ ਆ ਆਪਦੇ ਕੋਲੋਂ ਅੰਮ੍ਰਿਤ ਦੇ ਕੇ। ਅੰਮ੍ਰਿਤ ਤੋਂ ਬਿਨਾਂ ਨਾ ਸੁੱਤੀ ਨਾ ਮਰੀ ਹੋਈ। ਸੁੱਤੀ ਦਾ ਗਾਂ ਮਰੀ ਹੋਈ ਆਤਮਾ ਨੂੰ ਜਗਾਓ, ਉਹਨਾਂ ਚਿਰ ਜਾਗਦੀ ਨਹੀਂ, ਉਹਨਾਂ ਚਿਰ ਉਹਨੂੰ ਪ੍ਰੇਮ ਦਾ ਚਸਕਾ ਹੀ ਨਹੀਂ ਲੱਗਣਾ। ਸੁੱਤੀ ਹੋਈ ਨੂੰ ਕਦੇ ਨਹੀਂ ਲੱਗਣਾ। ਉਹਦਾ ਮਾਇਆ ਦੇ ਪ੍ਰੇਮ ਚ ਬਹੁਤ ਦੁਨੀਆ ਤੋਂ ਪਤਾ ਹੀ ਨਹੀਂ ਕਿ ਰੱਬ ਕੀ ਹੁੰਦਾ ਹੈ। ਇਹ ਤੇ ਜਿਹਨੂੰ ਲੱਗ ਗਈ ਬਿਰੀ ਉਹਨੂੰ ਪਤਾ ਹੈ। ਉਹ ਆਗ ਰੋਦੀ ਹੈ ਵੀ ਮੈਂ ਤਾਂ ਉਗਣਾ ਦੀ ਭਰੀ ਪਈ ਆ। ਮੈਂ ਕਰਮ, ਮੈਂ ਕਿੱਥੇ ਜਾਵਾਂ? ਆਪਦੇ ਜਾਣੀ ਮੈਂ ਸਿਆਣੀ ਬਣੀ ਫਿਰਦੀ ਆ। ਤੇਰੇ ਪਤੀ ਨੂੰ ਇੱਕ ਗੁਣ ਵੀ ਪਸੰਦ ਨਹੀਂ ਮੇਰਾ। ਮਾਠ ਗੁਦਾਈ ਪੱਟੀਆਂ ਭਰੀਏ ਮਾਂਗ ਸੰਦੂਰ। ਦੇਖੋ ਸੱਚੀ ਬਾਣੀ ਰਹੀ ਆਪਾਂ ਬਿਰਹਾ ਦੇ ਗੀਤ ਗਾਉਣੇ ਆ। ਮੇਰੀਆਂ ਪੱਟੀਆਂ ਮੈਂ ਸਿਰ ਦੀਆਂ ਬਹੁਤ ਗੁੱਦੀਆਂ, ਬਹੁਤ ਸੋਹਣੀਆਂ ਬਣਾਈਆਂ ਤੇ ਵਿੱਚ ਸੰਦੂਰ ਭਰਿਆ। ਅੱਗੇ ਗਏ ਨਾ ਜਾਣੀਆਂ ਮਰੇ ਬਸੂਰ ਬਸੂਰ। ਜਦੋਂ ਮੈਂ ਪ੍ਰੀਤਮ ਦੀ ਦਰਗਾਹ 'ਚ ਗਈ, ਪ੍ਰੀਤਮ ਕੋਲੇ ਜਾਨੀ ਆ ਤਾਂ ਝੂਰ ਝੂਰ ਮਰਦੀਆਂ, ਉਹਨੂੰ ਪਸੰਦ ਹੀ ਨਹੀਂ ਆ। ਇਹ ਬਾਹਰਲੀ ਕੱਲੀ ਭੇਖ, ਧਾਰਮਿਕ ਵੀ ਉਹਨੂੰ ਕੱਲਾ ਪਸੰਦ ਨਹੀਂ ਹੈ। ਇਹਦੇ ਚ ਸਭ ਜਿੰਨਾ ਚਿਰ ਅੰਦਰੋਂ ਰੰਗੀ ਨਹੀਂ ਜਾਂਦੀ। ਹਿਰਦੇ ਬਾਹਰ ਭੇਖ ਭਰਮਾਈਐ, ਹਿਰਦੇ ਕਪਟ ਕਮਾਏ। ਬਾਹਰਲੇ ਭੇਖ ਨੂੰ ਆ ਗਿਆ ਹੈ। ਬਾਹਰਲੇ ਭੇਖ ਨਾਲ ਲੋਕਾਂ ਨੂੰ ਤਾਂ ਭਰਮਾ ਲੇਗਾ ਵੀ ਮੈਂ ਗੁਰਸਿੱਖਾਂ ਫਲਾਨਾ ਚੀੜਾ, ਬੜਾ ਕੁਛ ਬਾਹਰ ਦੁਨੀਆ ਕਰ ਰਹੀ ਹੈ, ਸਜਾਵਟ ਕਰਨੀ ਹੈ ਪੂਰੀ।
ਇਹ ਸਰੀਰ ਤੇ ਸਜਾਵਟ ਕਰੀ ਜਾਂਦੇ ਆ, ਦੂਜੀਆਂ ਬੀਬੀਆਂ ਉਹ ਸ਼ਿੰਗਾਰ ਕਰੀ ਜਾਂ ਤੂੰ ਐ ਸਰੀਰ ਤੇ ਹੀ ਫੇਰ ਸ਼ਿੰਗਾਰ ਕਰਦਾ, ਆਪਦੇ ਆਪ ਨੂੰ ਸਰੀਰ ਹੀ ਸਮਝਦਾ। ਇਹ ਸਰੀਰ ਸਜਾਵਟ ਤੋਂ ਉੱਚੇ ਉੱਠਣਾ, ਇਹ ਤਾਂ ਇਹੀ ਤਾਂ ਵਿਘਨ ਆ ਉਹਦੇ ਮਿਲਣ ਚ। ਇਹ ਤਾਂ ਦੂਜਾ ਭਾਵ ਆ, ਆਪਦੇ ਮੂੰਹ ਵਾਲੀ ਸ਼ੀਸ਼ੇ 'ਚ ਦੇਖੀ ਜਾਂਦਾ ਵੀ ਆਪਦੇ ਸਰੀਰ ਹੀ ਆਪ ਮੋਹੀ ਜਾਂਦਾ ਉਹਨੂੰ। ਜਿਹਨੇ ਪ੍ਰੀਤਮ ਦੇ ਦਰਸ਼ਨ ਕਰਨੇ ਆ, ਉਹ ਆਪਦੇ ਦਰਸ਼ਨ ਕਰੀ ਜਾਂਦਾ, ਮੈਂ ਸਜਦੀ ਬੜੀ ਹਾਂ, ਮੈਂ ਸੋਹਣੀ ਬੜੀ ਲੱਗਦੀ ਆ। ਪੱਗਾਂ ਚੂੜੀਆਂ ਕੋ ਬੀਬੀਆਂ ਪਾਉਂਦੀਆਂ, ਪਤੀ ਨੂੰ ਸੋਹਣਾ ਲੱਗਾ, ਪਤੀ ਸਾਰਾ ਕੁਛ, ਪਤੀ ਨੂੰ ਕਿਹੜਾ ਸ਼ਿੰਗਾਰ ਪਸੰਦ ਆ ਉਹ ਵੀ ਦੱਸਿਆ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਤੁਸੀਂ ਪ੍ਰੀਤਮ ਦਾ ਰੰਗ ਕਿਵੇਂ ਮਾਣਿਆ, ਇਸਤਰੀਓ ਦੱਸੋ ਤਾਂ ਸਹੀ। ਸਹਿਜ ਸੰਤੋਖ ਸ਼ਿੰਗਾਰੀਏ, ਮਿੱਠਾ ਬੋਲਣੀ, ਉਹਨੂੰ ਤਾਂ ਆਹ ਸ਼ਿੰਗਾਰ ਪਸੰਦ ਆ। ਐਨ ਆਤਮਕ ਅਡੋਲਤਾ, ਮਨ ਟਿਕ ਜੇ, ਗੁਰੂ ਨਾਨਕ ਦੇ ਗੁਣ ਪੈਦਾ ਹੋ ਜਾਣ ਤੇਰੇ ਅੰਦਰ, ਪ੍ਰੀਤਮ ਦੇ। ਉਹ ਸੰਤੋਖੀ ਆ, ਤੇਰੇ ਅੰਦਰ ਵੀ ਸੰਤੋਖ। ਤੂੰ ਤਾਂ ਆਪਾਂ ਤਾਂ ਲੋਭ ਦੇ ਮਾਰੇ ਪਏ ਆ ਔਗਣਾਂ ਚ, ਫਿਰ ਉਹ ਮਿੱਠਾ ਬੋਲਦਾ ਹੈ। ਦੇਖੋ ਪ੍ਰੀਤਮ ਦਾ ਸੁਭਾਅ ਦੇਖੋ ਦੱਸਦਾ, ਹੁਣ ਸਾਰੀ ਬਾਣੀ ਮਿੱਠੀ ਹੈ ਤੇ ਸਾਨੂੰ ਹੁਣ ਕਿਉਂ ਨਹੀਂ ਮਿੱਠੀ ਲੱਗਦੀ? ਉਹ ਦੂਜੇ ਪਾਸੇ ਮਾਇਆ ਕੌੜੀ ਆ, ਬੋਲੇ ਕੌੜਾ ਜੇ ਬਾਕੀ ਕੂੜ, ਉਹ ਤਾਂ ਇਹੋ ਜਿਹੀ ਆ। ਹੁਣ ਕੌੜੇ ਨੂੰ ਮਿੱਠਾ ਲੱਗਣ ਲਈ ਤਾਂ ਹੀ ਕੱਚੀ ਬਾਣੀ ਦਾ ਵੀ ਨਹੀਂ ਕਹੀਦਾ ਵੀ ਕੌੜਾ, ਉਹ ਵੀ ਕੌੜਾ ਹੀ ਬੋਲਣਾ, ਸੱਚੀ ਬਾਣੀ ਨਾਲ ਹੀ ਮਿੱਠਾ ਬੋਲਣ ਲੱਗਣਾ ਅਸੀਂ ਹੌਲੀ ਹੌਲੀ। ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਫਿਰ ਜਿਹੜਾ ਰਸੀਆਂ ਦਾ ਭਰਿਆ ਪਿਆ, ਸਾਰੇ ਰਸ ਜਿਹੜੇ ਆ ਦੁਨਿਆਵੀ ਆਪਾਂ ਨੂੰ ਮੋਹਦੇ ਆ ਸਾਰੇ, ਉਹ ਆਪ ਕਿੱਡਾ ਰਸ ਵਾਲਾ ਹੋਊ, ਅੰਮ੍ਰਿਤ ਰਸ। ਤਾਂ ਹੀ ਉਹ ਤਾਂ ਸਾਰੀ ਸ੍ਰਿਸ਼ਟੀ ਨਾਲੋਂ ਅੰਮ੍ਰਿਤ ਰਸ ਉੱਚਾ ਹੈ। ਕਾਇਆ ਰਸ ਮੇਂ ਰਾਮ ਰਸ ਉੱਤਮ, ਸਭ ਤੋਂ ਉੱਚਾ ਇਹ ਸਰੀਰ ਚ। ਉਹ ਪ੍ਰੀਤਮ ਕੋਲੇ ਆ, ਉਹ ਗੁਰੂ ਕੋਲੇ ਆ, ਗੁਰੂ ਨਾਨਕ ਕੋਲੇ ਆ, ਤੇ ਗੁਰੂ ਨਾਨਕ ਦੇ ਕੋਲੋਂ ਹੀ ਲੈਣਾ ਹੈ। ਗੁਰੂ ਨਾਨਕ ਜਿਉਂ-ਜਿਉਂ ਸਾਡੇ ਅੰਦਰ ਗੁਣ ਪੈਦਾ ਹੋਈ ਜਾਣਗੇ, ਸਾਨੂੰ ਇਹੋ ਜਿਹਾ ਸੁਭਾਅ ਹੋ ਹੀ ਜਾਊ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ, ਜਿਉਂ-ਜਿਉਂ ਹੁਣ ਨਾਮ ਜਪਾਂਗੇ ਤਾਂ ਹੌਲੀ ਹੌਲੀ ਅਸੀਂ ਸਾਡਾ ਮਿੱਠਾ ਸੁਭਾਅ ਹੁੰਦਾ ਜਾਣਾ ਹੈ। ਕੌੜਾ ਬੋਲਣ ਨੂੰ ਜੀ ਨਹੀਂ ਕਰਨਾ ਕਿਸੇ ਨੂੰ, ਗਾਲ ਕੱਢਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਸੇ ਨੂੰ। ਕ੍ਰੋਧ ਹੋਣੀ ਤਾਂ ਕਿਧਰੇ ਭੱਜ ਜਾਣੇ ਆ, ਲੱਭਣੇ ਨਹੀਂ। ਘਰ 'ਚ ਵੀ ਮਿੱਠਾ ਬੋਲੂਗਾ, ਉਦੋਂ ਪਤਾ ਲੱਗਦਾ ਵੀ ਇਹ ਸਿੱਖੀ ਹੈ ਇਹਦੇ ਕੋਲੇ। ਦੇਖਣਾ ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਬਿਨੂ ਪੰਖੇਰੂ, ਬੁਣੇ ਬਣ ਪੰਖੇਰੂ। ਮੈਂ ਦੁਖੀ ਹੋਈ ਰੋਂਦੀ ਫਿਰਦੀ ਆ, ਸਾਰਾ ਜੱਗ ਰੋਂਦਾ ਫਿਰਦਾ ਹੈ, ਬਣੇ ਪੰਖੇਰੂ ਰੋਂਦੇ ਫਿਰਦੇ। ਇੱਕ ਨਾ ਰੋਵੇ ਮੇਰੇ ਤਨ ਕਾ ਬਿਰਾ, ਜਿਨ ਹੋ ਪਿਰੋ ਵਿਛੋੜੀ। ਇੱਕ ਮੇਰੇ ਅੰਦਰ ਨਾ ਜਿਹੜਾ ਰੱਬ ਨੂੰ ਵਿਛੋੜਾ ਪਿਆ ਹੋਇਆ, ਉਹਦੀ ਖਾਤਰ ਨਹੀਂ ਮੈਂ ਰੋਂਦੀ। ਜਿਹਨੇ ਮੇਰੇ ਪ੍ਰੀਤਮ ਨੂੰ ਵਿਛੋੜਾ ਪਿਆ, ਵਿਛੜੀ ਪਈਆਂ ਮੈਂ। ਸੁਪਨੇ ਆਏ ਵੀ ਗਿਆ, ਇੱਕ ਦਿਨ ਸੁਪਨੇ 'ਚ ਆਇਆ ਸੀ, ਕਿਤੇ ਕਿਤੇ ਗੁਰੂ ਸਾਹਿਬ ਸੁਪਨੇ 'ਚ ਵੀ ਦਰਸ਼ਨ ਦੇ ਵੀ ਚੱਲਿਆ ਰੋਏ। ਪ੍ਰੀਤਮ ਇੱਕ ਦਿਨ ਮੇਰੇ ਸੁਪਨੇ 'ਚ ਆਇਆ ਸੀ, ਦੇਖੋ ਸੁਪਨੇ 'ਚ ਪਈ ਦੇ ਦਰਸ਼ਨ ਦੇ ਕੇ ਗਿਆ ਸੀ। ਆਏ ਨਾ ਸਕਾ ਤੁਝ ਕੰਨ ਪਿਆਰੇ, ਮੈਂ ਨਹੀਂ ਤੇਰੇ ਕੋਲ ਉੱਪੜ ਸਕਦੀ। ਸੁਪਨੇ 'ਚ ਆਈ ਸੀ, ਮੈਂ ਰੋਈ, ਤੂੰ ਮੁੜ ਕੇ ਜੋ ਆਇਆ ਹੀ ਨਹੀਂ। ਭੇਜ ਨਾ ਸਕੇ ਕੋਈ, ਨਾ ਮੈਂ ਤੇਰੇ ਕੋਲ ਕੋਈ ਭੇਜ ਸਕਦਾ, ਮੇਰੀ ਕੋਈ ਪਹੁੰਚ ਨਾ ਵੀ ਤੇਰੇ ਕੋਲ ਉੱਪੜ ਜੂ ਕੋਈ, ਨਾ ਮੈਂ ਆਪ ਆ ਸਕਦੀ ਹਾਂ। ਆਓ ਸੁਭਾਗੀ ਨੀਂਦੜੀਏ, ਬਹੁਤ ਕਰਮਾਂ ਵਾਲੀਏ, ਨੀਂਦ ਫੇਰ ਆ ਜਾ। ਬੱਤ ਸੌ ਦੇਖਾਂ ਸੋਏ, ਮੈਂ ਤੈਨੂੰ ਫੇਰ ਦੇਖ ਲਾ ਸੁਪਨੇ 'ਚ। ਤੂੰ ਤਾਂ ਨਹੀਂ ਮੈਨੂੰ ਦੀਦਾ, ਤੂੰ ਸੁਪਨੇ 'ਚ ਹੀ ਦੇਖ ਲਾ। ਸੁਪਨਾ ਵੀ ਚੰਗਾ ਹੈ,
ਜੇ ਸੁਪਨੇ 'ਚ ਦਰਸ਼ਨ ਦੇ ਦਿੰਦੇ ਬਹੁਤ ਫੋਨ ਆਉਂਦੇ ਆ ਵੀ ਸਾਨੂੰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਜ਼ਰ ਆਏ, ਸਾਧ ਸੰਗਤ ਨਜ਼ਰ ਆਈ, ਮੈਨੂੰ ਗੁਰਮੁਖ ਨਜ਼ਰ ਆਇਆ, ਸਿੰਘ ਨਜ਼ਰ ਆਇਆ, ਮੈਨੂੰ ਆ ਆਇਆ। ਉਹ ਪ੍ਰੀਤਮ ਹੀ ਆ। ਇਹ ਨਾ ਸਮਝਿਆ ਕਰੋ ਵੀ ਫਲਾਨਾ ਗੁਰਪ੍ਰੀਤ ਆ ਗਿਆ, ਮੇਰੇ ਉਹ ਆ ਗਿਆ, ਫਲਾਨਾ ਆ ਗਿਆ। ਉਹ ਗੁਰੂ ਸਾਹਿਬ ਨੇ ਰੂਪ ਕਿਉਂ ਤੁਸੀਂ ਹੈ ਉਹਦਾ ਹੀ ਰੂਪ, ਪਰ ਸਾਨੂੰ ਭੁਲੇਖੇ ਨੇ, ਭਰਮ ਪਿਆ ਹੈ ਸਾਡੇ ਅੰਦਰ ਪ੍ਰੀਤਮ ਹੀ ਆ। ਪ੍ਰੀਤਮ ਨੇ ਸਰੀਰ ਧਾਰਨ ਕੀਤਾ ਹੋਇਆ, ਪਤਾ ਨਹੀਂ ਇੰਨੇ ਭੁੱਲੀਆਂ ਹੋਈਆਂ। ਗੁਰੂ ਨਾਨਕ ਹੀ ਬੈਠਾ ਅੰਦਰ, ਪਰ ਉਹਦੇ ਨੂੰ ਅੱਡ ਹੋਈਆਂ ਹੋਈਆਂ। ਤੈ ਸਾਹਿਬ ਕੀ ਬਾਤ ਜੋ ਆਖੇ, ਕਿੰਨੀ ਉਪਮਾ ਹੈ। ਜੇ ਮੇਰੇ ਪ੍ਰੀਤ ਵੀ ਕੋਈ ਗੱਲ ਦੱਸਾਂ, ਕਹੋ ਨਾਨਕ ਕਹ ਦੀਜਾ, ਮੈਂ ਉਹਨੂੰ ਕੀ ਦੇਵਾਂ। ਸੀਸ ਵੱਡੇ ਕਰ ਪੈਸਣ ਦੀਜਾ, ਬਿਨ ਸਰ ਸੇਵ ਕਰੀਜਾ। ਮੈਂ ਆਪਦਾ ਨਾ ਸਿਰ ਵੱਢ ਕੇ ਰੱਖ ਦਿਆ ਤੇ ਮੈਂ ਉਹਦੀ ਸੇਵਾ ਕਰਾਂ। ਜਿਹੜਾ ਮੈਨੂੰ ਪ੍ਰੀਤਮ ਦੀਆਂ ਗੱਲਾਂ ਸੁਣਾਵੇ, ਮੈਂ ਉਹਦੇ ਮੈਨੂੰ ਇੰਨਾ ਚੰਗਾ ਇੰਨਾ ਲੱਗਦਾ। ਇਹ ਪ੍ਰੀਤਮ ਮੇਰੇ ਪ੍ਰੀਤਮ ਦੀਆਂ ਸੱਚਖੰਡ ਦੀਆਂ ਗੱਲਾਂ ਦੱਸਦਾ ਹੈ, ਇਹ ਮੇਰੇ ਸੱਚੇ ਪ੍ਰੀਤਮ ਦੀਆਂ ਗੱਲਾਂ ਦੱਸਦਾ। ਮੈਨੂੰ ਵੀ ਚਾਅ ਆ ਜਾਊਗਾ, ਇੰਨਾ ਚੰਗਾ ਹੈ। ਤਾਂ ਹੀ ਭੈਣਾਂ ਨਾਲ ਬਿੱਤਰਤਾ ਪਾਉਣੀ ਹੈ, ਸੁਹਾਗਣਾ ਨਾਲ। ਭੈਣਾਂ ਨੇ ਉਹ, ਪ੍ਰੀਤਮ ਨਹੀਂ ਆਇਆ। ਕਿਉਂ ਨਾ ਮਰੀਜਾ ਜੀੜਾ ਨਦੀਜਾ, ਜਾ ਸੋ ਪਿਆ ਵਡਾਣਾ। ਕਿਉਂ ਨਾ ਮਰ ਜਾ, ਮੈਂ ਆਪਦੀ ਜਿੰਦ ਵਾਰ ਦਿਆਂ, ਮੇਰਾ ਪਤੀ ਨਹੀਂ ਮੈਨੂੰ ਮਿਲਦਾ, ਉਹੀ ਬਗਾਨਾ ਹੋਇਆ ਪਿਆ। ਤੜਫਦੀ ਫਿਰਦੀ ਆ, ਤਪ ਤਪ ਲੋਹੇ ਲੋਹੇ ਹਾਥ ਮਰੋੜੂ। ਦੇਖੋ ਭਗਤੋ, ਆਪਾਂ ਤਪੇ ਆ ਕਦੇ ਅੰਦਰੋਂ? ਜੀਓ ਤਪਦਾ ਹੈ ਅੰਦਰੋਂ। ਹੁਣ ਠੰਡ ਪੈਂਦੀ ਨਹੀਂ। ਤਪ ਤਪ ਲੋਹੇ ਲੋਹੇ ਹਾਥ ਮਰੋੜੂ। ਬਾਵਲ ਹੋਈ ਸੋ ਲੋਹਰੂ। ਕਮੜੀ ਹੋਈ ਫਿਰਦੀ ਆ ਮੈਂ, ਪ੍ਰੀਤਮ ਨੂੰ ਲੱਭਦੀ, ਕਮੜੀ ਹੋਈ ਫਿਰਦੀ। ਜਿਹਦੇ ਬਿਰਾ ਜਾਗਦਾ, ਇਹੋ ਜਿਹਾ ਮੰਤਰ ਅੰਦਰ ਬਿਰਾ ਵੜ ਗਿਆ। ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਉਹ ਜਿਉਂਦਾ ਨਹੀਂ ਆ, ਉਹ ਕਮਲਾ ਹੋ ਕੇ ਜਿਉਂਦਾ ਹੈ। ਉਧਰੋਂ ਕਿਉਂ ਉਹਨੇ ਸੂਖਸ਼ਮ ਦੁਨੀਆ 'ਚ ਜਾ ਵੜਿਆ। ਸੂਖਸ਼ਮ ਦੁਨੀਆ 'ਚ ਪ੍ਰੀਤਮ ਬੈਠਾ ਹੈ, ਅਗਲੀ ਦੁਨੀਆ ਨੂੰ ਹੀ ਉਹ ਅੰਦਰ ਰਹਿੰਦਾ ਹੈ। ਅੰਤਰੀ ਵੀ ਉਹਦੀ ਬਿਰਤੀ ਰਹਿੰਦੀ ਹੈ। ਬਾਹਰੋਂ ਲੋਕਾਂ ਨੂੰ ਕਮਲਾ ਲੱਗਦਾ ਹੈ ਤੇ ਉਹ ਅੰਦਰੋਂ ਉਹ ਰੰਗ 'ਚ ਰਹਿੰਦਾ ਹੈ। ਅੰਦਰੋਂ ਹੀ ਉਹਨੂੰ ਪ੍ਰੇਮ ਲੱਗਿਆ ਹੈ, ਅੰਦਰੋਂ ਹੀ ਉਹਨੂੰ ਬਿਰਾ ਲੱਗਿਆ ਹੋਇਆ। ਸਾਰਾ ਅੰਦਰ ਦਾ ਖੇਲ, ਅੰਦਰ ਹੀ ਪ੍ਰੀਤਮ ਬੈਠਾ ਹੈ। ਅੰਦਰੋਂ ਹੀ ਵਾਪਸ ਜਾਣਾ ਹੈ, ਅੰਦਰ ਹੀ ਸਹੁਰਾ ਘਰ ਹੈ, ਅੰਦਰ ਹੀ ਸੱਚਖੰਡ ਹੈ। ਸਾਰਾ ਕੁਝ ਹੀ ਅੰਦਰ ਹੈ। ਸਭ ਕੁਝ ਘਰ ਮੇ ਬਾਹਰ ਨਹੀਂ, ਬਾਹਰ ਟੋਲੇ ਸੋ ਭਰਨ ਭਲਾਈ, ਬਾਹਰ ਤਾਂ ਭਰਮ ਆ। ਤੇ ਭੁੱਲ ਜਾਣਾ ਤੂੰ, ਭੁੱਲ ਜਾਂਦੇ ਉਹਦੇ ਹੀ। ਅੱਖਾਂ ਖੋਲਦੇ ਤਾਂ ਮਾਇਆ। ਮੇਰੀ ਮਾਂ ਕਹਿੰਦੀ ਹੁੰਦੀ ਸੀ ਛੋਟੇ ਹੁੰਦੇ, ਪਰ ਜਦੋਂ ਰੋਣਾ ਨਾ ਮੈਨੂੰ ਯਾਦ ਆ, ਥੋੜਾ ਜਿਹਾ ਵੱਡਾ ਹੋ ਗਿਆ, ਇਹਨੂੰ ਵਿਉ ਮਾਤਾ ਡਰਾਉਂਦੀ ਆ। ਅੱਜ ਡਰਾਉਂਦੀ ਦੀਦੀ ਹੈ, ਜੇ ਸਾਨੂੰ ਅੱਜ ਤਾਂ ਸਾਨੂੰ ਚੰਗੀ ਲੱਗਦੀ ਆ। ਉਹਦੇ ਛੋਟੇ ਬੱਚੇ ਨੂੰ ਦੇਖਿਓ ਰੋਂਦਾ, ਜਦੋਂ ਉਹ ਅੱਖਾਂ ਖੋਲਦਾ ਨਾ ਕਿ ਪ੍ਰੀਤਮ ਨੂੰ ਵਿਛੜ ਕੇ ਆਈ ਆ, ਤੇ ਉਹ ਜਦੋਂ ਅੱਖਾਂ ਖੋਲਦੀ ਆ, ਉਹਨੂੰ ਐਂ ਲੱਗਦਾ ਵੀ ਉਹ ਕਿੰਨੀ ਮੈਨੂੰ ਡਰਾਉਂਦੀ ਆ। ਮਾਂ ਪਿਓ ਵੀ ਡਰਾਉਣੇ ਲੱਗਦੇ ਆ ਪਹਿਲਾਂ ਉਹਨੂੰ। ਆਪਾਂ ਨੂੰ ਤਾਂ ਨਾ ਸਮਾਂ ਲੰਘ ਗਿਆ ਨਾ। ਜਿਉਂ-ਜਿਉਂ ਉੱਚੇ ਵੱਡੇ ਹੁੰਦੇ ਗਏ, ਸਰੀਰ ਨਾਲ ਪਿਆਰ ਪੈਂਦਾ ਗਿਆ, ਤਿਉਂ-ਤਿਉਂ ਆਪਦੀ ਹਉਮੈ ਵੱਧਦੀ ਗਈ, ਤਿਉਂ-ਤਿਉਂ ਰੱਬ ਨਾਲ ਉਦੋਂ ਬਿੱਥ ਦੂਰੀ ਵਿਛੜ ਕੇ ਤੇ ਪ੍ਰੇਮ ਹੀ ਦੂਜੇ ਥਾਂ ਪਾ ਲਿਆ। ਤੇ ਉਹ ਜਿਹੜੀ ਜ਼ਹਿਰ ਵਾਲੀ ਚੀਜ਼ ਨਾ, ਅੰਮ੍ਰਿਤ ਵਾਲੀ ਨੂੰ ਛੱਡ ਦਿੱਤਾ। ਅੰਮ੍ਰਿਤ ਦਾ ਪਤਾ ਹੀ ਨਹੀਂ, ਆਪ ਦਾ ਹੀ ਲੁਕ ਗਈ, ਸੌਂ ਗਈ, ਮਰ ਗਈ। ਮਹਾਰਾਜ ਬਥੇਰੇ ਸ਼ਬਦ ਵਰਤਦੇ ਆ। ਅੰਦਰ ਬਾਵਲ ਹੋਈ ਸੋ ਲੋਰੂ, ਕਮਣੀ ਹੋਈ ਫਿਰਦੀ ਆ। ਤੈਸਾ ਮਨ ਮੈਂ ਕੀਆ ਰੋਸ। ਮੈਂ ਪ੍ਰੀਤਮ ਦੇ ਲਿਖਿਤਰ ਗੁੱਸਾ ਕੀਤਾ ਵੀ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਮਿਲਦੇ ਕਿਉਂ ਨਹੀਂ। ਮੈਨੂੰ ਪਤਾ ਲੱਗ ਗਿਆ ਮੁਝ ਮੈਂ ਔਗਣ। ਮੈਨੂੰ ਪਤਾ ਲੱਗ ਗਿਆ ਮੇਰੇ ਜੀ ਔਗਣ ਨੇ। ਸਹਿਬ ਕੀਆ ਦੋਸ਼, ਮੈਂ ਤੇਰੇ ਤੇ ਦੋਸ਼ ਕਿਉਂ ਥੱਪਾ, ਮੈਂ ਹੀ ਔਗਣਾਂ ਭਰੀਆਂ।
ਤੂੰ ਤਾਂ ਚੰਗਾ ਹੈ। ਇਹ ਨਹੀਂ ਆ ਵੀ ਸਾਨੂੰ ਰੱਬ ਨੇ ਵਿਛੋੜਿਆ ਹੋਇਆ, ਅਸੀਂ ਆਪ ਹੀ ਵਿਛੜੀਆਂ ਹੋਈਆਂ। ਆ ਬਰੇਖ ਸਾਰੇ ਸਪ੍ਰੀਤਮ ਹੀ ਪ੍ਰੀਤਮ ਆ, ਕੋਈ ਜਗ੍ਹਾ ਨਹੀਂ ਜਿੱਥੇ ਨਹੀਂ ਆ ਜਿਹਨੂੰ ਮਿਲਣ ਵਾਲਾ। ਤੇ ਉਹਦੇ ਵਿੱਚ ਵਿਛੜੀਆਂ ਤੁਰੀਆਂ ਫਿਰਦੀਆਂ, ਧੱਕੇ ਦੁਖੀ ਹੋਈਆਂ ਫਿਰਦੀਆਂ ਵਿਛੜ। ਆ ਹੁਣ ਵਾਹਿਗੁਰੂ ਵਾਹਿਗੁਰੂ ਨੇ ਪ੍ਰੀਤਮ ਨੇ ਆਪਣਾ ਲਫ਼ਜ਼ ਵਰਤਾ, ਹੌਲੀ ਹੌਲੀ ਆਪਦੀ ਸੁਰਤ ਆਊਗੀ ਬਈ ਮੈਂ ਆਤਮਾ ਵਾਂ, ਆਪਦੀ ਅਸਲੀਅਤ ਸੁਰਤ ਆਊਗੀ ਮੈਂ ਤਾਂ ਪ੍ਰੀਤਮ ਦੀ ਇਸਤਰੀ ਆ। ਹੌਲੀ ਹੌਲੀ ਪ੍ਰੀਤਮ ਦੇ ਨਾਲ ਪਿਆਰ ਪਊਗਾ, ਪਿਆਰ ਪੈਂਦੀ ਹੌਲੀ ਹੌਲੀ ਉਹ ਪ੍ਰੀਤਮ ਨੂੰ ਭੁੱਲੂਗੀ ਨਹੀਂ। ਫਿਰ ਪ੍ਰੀਤਮ ਨਾਲ ਆ ਬੈਠੇ ਨੇ ਮਾਲਕ ਸਾਡੇ, ਸਾਨੂੰ ਸਾਧ ਸੰਗ 'ਚ ਲਿਆ ਕੇ ਤੇ ਕੋਲੇ ਬਾ ਕੇ ਸਾਨੂੰ ਮਿਲਾਪ ਕਰਾਉਂਦੇ ਆ, ਅੰਦਰੋਂ ਯਾਦ ਕਰਾਉਂਦੇ ਆ, ਮੁੜ ਮੁੜ ਯਾਦ ਕਰ, ਮੁੜ ਮੁੜ ਯਾਦ ਕਰ, ਮੁੜ ਮੁੜ ਯਾਦ ਕਰ, ਮੁੜ ਮੁੜ ਯਾਦ ਕਰ। ਬਹੁਤ ਚੰਗੀ ਪੁੰਡੀ ਹੋਈਆਂ, ਕਦੇ ਨਹੀਂ ਯਾਦ ਕੀਤਾ। ਸਾਨੂੰ ਫੇਰ ਖਿੱਚ ਕੇ ਲੈ ਜਾਂਦੀ ਆ ਬਾਹਰ ਦੀ ਮਾਇਆ, ਉਹ ਭੁਲਾ ਆਉਂਦੀ ਆ। ਜਦੋਂ ਯਾਦ ਹੀ ਰਹਿ ਗਈ, ਪ੍ਰੀਤਮ ਨਾਲ ਪਿਆਰ ਹੀ ਪੈ ਗਿਆ, ਹੋਰ ਕੋਈ ਦਿਸੂਗਾ ਹੀ ਨਹੀਂ, ਉਦੋਂ ਪਤਾ ਲੱਗੂਗਾ ਆਨੰਦ। ਤੁਸੀਂ ਕਹੋਗੇ ਵੀ ਵਿੱਚ ਮਿਲਾਪ ਨਾ ਮਿਲੂਗੀ। ਸਾਰੀ ਸ੍ਰਿਸ਼ਟੀ 'ਚ ਤੈਨੂੰ ਪ੍ਰੀਤਮ ਵਰਗਾ ਬਣਾ ਦੇਣਾ। ਦੇਖ ਲਓ ਇਹੋ ਜਿਹਾ ਬਣ ਜਾਊਗਾ, ਇਹੋ ਜਿਹੀ ਚਾਹੁੰਦੀ ਨਹੀਂ। ਕਿੱਥੇ ਹੁਣ ਧੱਕੇ ਖਾਂਦੀਆਂ ਫਿਰਦੀਆਂ ਆਪਾਂ, ਕੋਠੜੀ 'ਚ ਗੰਦੀ 'ਚ, ਪਿੰਜਰੇ 'ਚ, ਚਿੱਕੜ 'ਚ ਧੱਕੇ ਖਾਂਦੇ ਫਿਰਦੇ ਆ, ਗੰਦ 'ਚ, ਉਹਦੇ 'ਚ ਕੈਦ ਹੋਏ ਫਿਰਦੇ ਆ। ਨਰਪਤ ਇੱਕ ਸਿੰਘਾਸਨ ਪੋਇਆ, ਸੁਪਨੇ ਪਿਆ, ਭਿਖਾਰੀ ਬਣੇ ਪਏ ਆ, ਪ੍ਰੀਤਮ ਦੇ ਰਾਜੇ ਦੇ ਇਸਤਰੀ ਹੁੰਦੇ ਹੋਏ। ਤੇ ਕਿੱਥੇ ਉਹਨੇ ਐ ਲੱਗੂਗਾ ਇਹ ਸਾਰੇ ਇਹ ਜੀ ਪੁਰਖੇ ਸੇਵੇ ਸੇ ਪੁਰਖ ਹੋਵੇ ਜਿਨ ਹੋਮੇ ਸ਼ਬਦ ਚਲਾਈ, ਕੀ ਬਣ ਜਾਊਗਾ? ਉਹ ਸਾਰੇ ਹੀ ਰਵਿਆਂ ਤੂੰ ਦਿਸੇਗਾ। ਲਾ ਕਿੱਡੀ ਤਾਕਤ, ਸਰਬ ਕਲਾ ਸਮਰੱਥ ਦੀ ਇਸਤਰੀ ਹਾਂ, ਤੇ ਤੂੰ ਪੰਜਾਂ ਦੂਤਾਂ ਦੀ ਇਸਤਰੀ ਬਣੀ ਫਿਰਦੀ ਆ। ਇੱਕ ਦੀ ਇਸਤਰੀ ਹੋ ਕੇ ਤੂੰ ਪਾਂਡਵਾਂ ਵਾਂਗੂ ਪੰਜਾਂ ਦੀ ਬਣੀ ਫਿਰਦੀ ਆ। ਫਿੱਟ ਲਾਣਤ ਤੇਰੇ ਕਾਮ ਕਰੋ ਲੋਭ ਮੁਕਾ ਦੀ ਇਸਤਰੀ ਬਣੀ ਫਿਰਦੀ ਆ, ਤੈਨੂੰ ਪਤਾ ਹੀ ਨਹੀਂ ਪ੍ਰੀਤਮ ਦਾ। कैसा मन में किया रोष, तेरे च मेरे च दोष ने सारे। तै साहिब की सार ना जानी, मैं तेरी प्रीतम तेरी सार, पता ही नहीं लगा मैंने तू किहो जिहा। गया जौवन धन पछतानी, जदों शरीर छड्डेंगी ਜਾਂ ਜਵਾਨੀ ਵੇਲੇ ਹੀ ਲੰਘ ਜੇ ਨਾ, ਜਵਾਨੀ ਵੇਲੇ ਬਹੁਤਾ ਛੇਤੀ ਯਾਦ ਕਰ ਸਕਦਾ, ਉੱਠ ਸਕਦਾ, ਉਦਮ ਕਰ ਸਕਦਾ। ਮਹਾਰਾਜ ਨੂੰ ਜਵਾਨੀ ਸਿੱਖ ਬਹੁਤਾ ਚੰਗਾ ਲੱਗਦਾ, ਜਿਵੇਂ ਜਵਾਨੀ 'ਚ ਹਰ ਇਸਤਰੀ ਮਰਦ ਚੰਗੇ ਲੱਗਦੇ ਆ, ਇਵੇਂ ਹੀ ਮਹਾਰਾਜ ਨੂੰ ਵੀ ਜਵਾਨ ਸਿੱਖ ਚੰਗਾ ਲੱਗਦਾ। ਜਵਾਨ ਸਿੱਖ ਉਦਮ ਕਰਦਾ ਹੈ, ਉੱਠ ਸੇਵਾ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਤੇ ਬੁਢੇਪੇ ਵਿੱਚ ਹੀ ਤੂੰ ਪਛਤਾਉਣਾ ਸ਼ੁਰੂ ਕਰ ਦੇਣਾ ਜੇ ਤੂੰ ਜਵਾਨੀ 'ਚ ਨਹੀਂ ਜਾਂਦੀ ਯਾਦ ਕਰਦੀ। ਇਹ ਤਾਂ ਮਾਲਕ ਨੇ ਸਾਨੂੰ ਤੀਜੇ ਜਾਮੇ 'ਚ ਸਮਝਾ ਦਿੱਤਾ ਵੀ ਕੋਈ ਨਾ ਤੂੰ ਦਿਲ ਨਾ ਛੱਡੀ, ਬੁਢੇਪੇ 'ਚ ਵੀ ਮੈਂ ਮਿਲ ਪੈਂਦਾ ਹੁੰਦਾ। ਇਹ ਸਾਨੂੰ ਤੀਜੇ ਜਾਮੇ 'ਚ ਸਿਖਾਇਆ ਗੱਲ, ਬੇਵ ਨਾ ਦਿਲ ਛੱਡੀ ਵੀ ਹੁਣ ਬੁੜੇ ਹੋਏ ਹੁਣ ਨਹੀਂ ਕੋਈ ਬਣਨਾ ਮੇਰਾ। ਨਹੀਂ, ਤੀਜੇ ਜਾਮੇ 'ਚ ਵੀ ਤੈਨੂੰ ਮੈਂ ਮਿਲ ਸਕਦੀ ਹਾਂ। ਆਪਣਾ ਪਿਰਮ ਲਾਇਆ ਨਾ ਲੱਗੀ ਜੇ ਸੋ ਲੋਚੇ ਕੋਏ, ਇਹ ਪਿਰਮ ਪਿਆਲਾ ਖਸਮ ਕਰ ਜਾਏ ਪਾਵਾ ਤੇ ਦੇ, ਮੈਂ ਤੈਨੂੰ ਫੇਰ ਵੀ ਪਿਰਮ ਪਿਆਲਾ ਦੇ, ਤੂੰ ਮੇਰਾ ਲੈ ਲਾ। ਬੁਢੇਪੇ ਵਿੱਚ ਵੀ ਤੂੰ ਮੇਰਾ ਅੰਮ੍ਰਿਤ ਛਕ ਲਾ, ਬੁਢੇਪੇ ਵਿੱਚ ਵੀ ਤੂੰ ਮੈਨੂੰ ਯਾਦ ਕਰਨਾ ਸ਼ੁਰੂ ਕਰਦਾ, ਮੈਂ ਤਾਂ ਵੀ ਤੈਨੂੰ ਹੌਲੀ ਹੌਲੀ ਅੰਦਰੋਂ ਜਵਾਨ ਬਣਾ ਦੂੰ। ਅੰਦਰੋਂ ਜਵਾਨ ਹੋ ਜਾਂਦੀ ਆ ਉਹ, ਜਿਉਂ-ਜਿਉਂ ਖੁਰਾਕ ਖਾਂਦੀ ਆ, ਜਿਉਂ-ਜਿਉਂ ਜਵਾਨ ਹੁੰਦੀ ਜਾਂਦੀ ਆ, ਉਹ ਤਾਕਤ ਫੜਦੀ ਜਾਂਦੀ ਆ ਉਹਦੇ ਅੰਦਰ। ਅੰਦਰੋਂ ਨਹੀਂ ਉਹ ਬੁੜੀ ਹੁੰਦੀ। ਗੁਰਮੁਖ ਬੁੱਢੇ ਕਦੇ ਨਹੀਂ ਜਿਨ ਅੰਤਰ ਸੁਰਤ ਗਿਆਨ, ਉਹ ਕਦੇ ਬੁੱਢੇ ਨਹੀਂ ਹੁੰਦੇ ਜਿਹਦੇ ਅੰਦਰ ਅਗਲੀ ਦੁਨੀਆ ਦੀ ਸੂਝ ਆ, ਵਿਵੇਕ ਬਿਆਨ ਬੁੱਧੀ ਆਦੀ, ਸੁਰਤ ਵਿੱਚ ਸ਼ਬਦ ਵਸਿਆ ਹੋਇਆ, ਪ੍ਰੇਮ ਵਸਿਆ ਹੋਇਆ। ਨਹੀਂ ਤਾਂ ਪਛਤਾਵੇਂਗੀ ਜਦੋਂ ਸਰੀਰ ਛੱਡਿਆ। ਗਿਆ ਜੋਬਨ ਉਹ ਵੀ ਹੈ, ਸਰੀਰ ਛੱਡੇ ਤੋਂ ਬਾਅਦ ਧਨ ਪਛਤਾਣੀ। ਸਾਰੀ 4 ਯੁੱਗਾਂ ਦੀ ਉਮਰ ਆ ਤੇਰੀ। ਹੁਣ ਤਾਂ ਆਪਣੇ 80-100 ਵਰੇ ਦੀ ਘਰ ਖੇਲ ਆ, ਥੋੜੀ ਜਿਹੀ ਗਿਣਵੀਂ ਮਿਣਵੀਂ ਦਿੱਤੀ ਹੋਈ ਆ। ਅਗਲੀ ਉਮਰ ਤੂੰ ਮਰਨ ਵਾਲੀ ਨਹੀਂ ਹੈ,
चार जुगां जिन्नी उम्र आ अंदर कां ਜਾਂ ਸੁਖ ਲੈ ਲਾ ਸੱਚਖੰਡ 'ਚ ਜਾ ਕੇ, ਜਾਂ ਚਾਰ ਯੁੱਗ ਧਰਮਰਾਜ ਦੇ ਤੇ 84 ਲੱਖ ਧੱਕੇ ਖਾਏ ਜੇ ਹੁਣ ਨਾ ਪ੍ਰੀਤਮ ਮਿਲਿਆ। ਕਾਲੀ ਕੋਇਲ ਕਿਤ ਗੁਣ ਕਾਲੀ। ਭਗਤ ਜੀ ਦੇਖਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਬਰਿਆਗ ਲੱਗਿਆ, ਬਿਰੋ ਲੱਗਿਆ, ਆ ਕਾਲੀ ਕੋਇਲ ਬੈਠੀ ਆ, ਤੈਨੂੰ ਮੈਨੂੰ ਉਹਨੂੰ ਕੀ ਲੱਗਦਾ ਵੀ ਇਹ ਵੀ ਕਾਲੀ ਆ, ਮੇਰੇ ਵਾਂਗੂ ਮੈਂ ਵੀ ਕਾਲਾ ਹੀ ਆ ਅੰਦਰੋਂ, ਬਿਰੇ ਦੀ ਅੱਗ ਨਾਲ ਸੜਿਆ ਪਿਆ ਅੰਦਰੋਂ, ਵਿਛੋੜੇ ਦੀ ਅੱਗ ਲੱਗੀ ਹੋਈ ਆ ਅੰਦਰ। ਤੂੰ ਕਿਤ ਗੁਣ ਕਾਲੀ, ਕਿਹੜੇ ਗੁਣ ਤੇਰੇ ਚ, ਤੂੰ ਕਿਉਂ ਹੋ ਗਈ ਕਾਲੀ? ਆਪਣੇ ਪ੍ਰੀਤਮ ਕੇ ਬਿਰੋਂ ਜਾਲੀ, ਉਹਦਾ ਵੀ ਪ੍ਰੀਤਮ ਆ, 84 ਚ ਵੀ ਪ੍ਰੀਤਮ ਆ। ਮੈਂ ਪ੍ਰੀਤਮ ਤੋਂ ਭੁੱਲ ਕੇ ਸੜੀ ਪਈ ਆ। ਬਿੰਦਨ ਖੂਣੀ ਮੁੰਦ ਗੇਲੀ, ਆ ਖੂਹੀ ਆ ਡਰਾਉਣੀ, ਆ ਜਿਹੜੀ ਖੂਹੀ ਚ ਆ ਬਾਹਰਲਾ ਸਰੀਰ ਖੂਹੀ ਆ, ਇਹ ਚ ਕੱਲੀ ਬੈਠੀ ਆ, ਨਾ ਕੋਈ ਸਾਥੀ ਨਾ ਕੋਈ ਬੇਲੀ, ਅੰਦਰ ਬੈਠੀ ਆ ਜੀਵ ਆਤਮਾ ਇਸਤਰੀ, ਨਾ ਕੋਈ ਸਾਥੀ ਹੈ ਨਾ ਕੋਈ ਬੇਲੀ। ਆਪਣੇ ਬਿਰਹੋਂ ਕੇ ਪਿਰਾ ਬਹੂਣ, ਉੱਥੇ ਰਹਿ ਗਈ ਇੱਕ ਲਾਈਨ, ਪਿਰਾ ਬਹੂਣ ਕਿਉਂ ਸੁਖ ਪਾਵੇ। ਕੋਇਲ ਕਹਿੰਦੀ ਆ ਪਤੀ ਤੋਂ ਬਗੈਰ ਸੁਖ ਨਹੀਂ ਕਿਤੇ ਵੀ ਮਿਲਣਾ। कर कृपा मलाए, रब आप मलाए जी ते कृपा करदा, उमर की दात दे के, गुरु साहब की शरण दे के, आपका नाम जपन दे आप मनाउण दे यतन हो रहे। मैं खुश डिगे, ना को मेरा साथी है ना को बेली, कर कृपा साध संग मेली। हुण आ गुरु साहब ने, गुरु साहब की संगत दे देती, कृपा करके मिली आए। कृपा तो बिना इत्थे कोई बंदा नहीं आउंदा। ਜਾਂ ਦੇਖਾ ਤਾਂ ਅੱਲਾ ਬੇਲੀ। ਹੁਣ ਮੈਨੂੰ ਪਤਾ ਲੱਗ ਗਿਆ ਮੇਰਾ ਪ੍ਰੀਤਮ ਬੇਲੀ ਆ, ਮੇਰਾ ਗੁਰੂ ਨਾਨਕ ਬੇਲੀ ਆ। ਹੁਣ ਮੈਨੂੰ ਪਤਾ ਲੱਗ ਗਿਆ, ਅੰਦਰਲੀ ਸਮਝ ਲੱਗ ਗਿਆ। ਬਾਟ ਹਮਾਰੀ ਖਰੀ ਉਡੀਨੀ, ਖੰਨੇ ਦੇਖੀ ਬਹੁਤ ਪੀਆਣੀ। ਹੁਣ ਸਾਰੀ ਜਿਹੜੀ ਭਗਤਾਂ ਦੀ ਜਿਹੜੀ ਅਗਲੀ ਬਾਟ ਆ, ਸਾਰੀ ਸੂਖਸ਼ਮ ਆ, ਬਹੁਤ ਬਰੀਕ ਰਾਹ ਹੈ। ਭਗਤਾਂ ਦੀ ਚਾਲ ਨਰਾਲੀ ਭਗਤਾਂ ਕੇ ਬਿਖਮ ਮਾਰ ਚੱਲਣਾ। ਲੋਕਾਂ ਨੂੰ ਅਲੱਗ ਰਾਹ ਹੈ, ਉਹ ਨਿਰਾਲਾ ਰਾਹ ਹੈ, ਸੁਰਤੀ ਦਾ ਰਾਹ, ਸ਼ਬਦ ਸੁਰਤ ਦਾ ਰਾਹ। ਲਾਭ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਖਾਲਾ ਦਾ ਬਾੜਾ ਛੱਡਣੇ। ਖੰਨਿਓ ਤਿੱਖੀ ਬਾਲੋਂ ਨਿੱਕੀ ਆ ਵਾ, ਬਹੁਤ ਬਰੀਕ ਆ। ਹੁਣ ਤਾਈਓ ਸੱਚਖੰਡ ਨਹੀਂ ਦਿੰਦਾ, ਬਰੀਕ ਆ। ਜੀਵ ਆਤਮਾ ਵੀ ਬਰੀਕ ਆ, ਇਸਤਰੀ ਵੀ ਬਰੀਕ ਆ। ਤੇ ਜਦੋਂ ਜਿਉਂ ਨਾਮ ਜਪਾਂਗੇ, ਨਾਮ ਵੀ ਉਹਦਾ ਬਰੀਕ ਆ, ਜਿਉਂ ਨਾਮ ਜਪਾਂਗੇ ਉਹਦੇ ਨਾਲ ਮਿਲਦੀ ਜਾਵਾਂਗੇ, ਜਿਉਂ ਤਾਂ ਸਾਨੂੰ ਸਾਰੇ ਖੜੇ ਨਹੀਂ ਖੁੱਲ੍ਹ ਜਾਣ। ਸੂਰਜ ਕਿਰਨ ਵਿੱਚ ਪੂਰਾ ਹੁੰਦਾ ਹੈ, ਉਵੇਂ ਹੀ ਸੱਚਖੰਡ ਗੁਰੂ ਸਾਹਿਬ ਸਾਰਾ ਬ੍ਰਹਮੰਡ ਤੇਰੇ ਅੰਦਰ ਕਿਰਨ ਆ, ਉਹਦੀ ਨਿੱਕੀ ਜੋਤ ਆ, ਤੇਰੇ ਅੰਦਰ ਸਾਰਾ ਕੁਛ ਹੈ। ਪਰ ਲੱਭ, ਇਹ ਉਹ ਖੇਲ ਬਣਾ ਲਿਆ। ਲੱਭ ਮੈਨੂੰ, ਲੱਭ ਮਿਲ ਮੇਰੇ ਨਾਲ। ਪਰ ਗੁਰੂ ਸਾਹਿਬ ਇਹ ਮਨਾਉਂਦੇ ਆ, ਗੁਰ ਪ੍ਰਸਾਦੀ ਜਿਹਨੀ ਆਪ ਤਜਿਆ ਹਰ ਬਾਸਨਾ ਸਮਾਣੀ। ਆਪ ਤਜਣਾ ਪਊ, ਹਉਮੈ ਛੱਡਣੀ ਪਊ, ਆਪ ਦਾ ਸਰੀਰ ਦਾ ਮੋਹ ਛੱਡਣਾ ਪਊ, ਤੇ ਵਾਹਿਗੁਰੂ ਦੀ ਐਨ ਗੁਰਮੰਤਰ ਦੇ ਵਿੱਚ ਮਿਲਣਾ ਪਊ। ਸਾਰੀ ਬਾਸ਼ਨਾ, ਸਾਰੇ ਗੁਣ ਉਹਦੇ ਵਾਲੇ। ਕਹਿ ਨਾਨਕ ਚਾਲ ਭਗਤਾਂ ਜੁਗੋ ਡਣ ਜੁਗ ਡਰਾਲੀ। ਨਿਰਾਲੀ, ਸਾਰਾ ਕੁਛ ਨਿਰਾਲਾ ਗੁਰੂ ਸਾਹਿਬ ਦਾ। ਬਹੁਤ ਪੀਆਣੀ, ਉਸ ਉੱਪਰ ਹੈ ਮਾਰਗ ਮੇਰਾ। ਸ਼ੇਖ ਫਰੀਦਾ ਸਮਾਰ ਸਵੇਰਾ, ਹੋਣ ਵਾਲਾ ਬੇੜਾ ਸੰਭਾਲ। ਇਹ ਸ਼ਬਦ ਸੁਰਤ ਦੇ ਰਾਹ ਤੇ ਚੱਲਣਾ ਪੈਣਾ ਤੈਨੂੰ।
ਸਾਰਾ ਦਿਨ ਗੁਰਮੰਤਰ ਸੁਣਨਾ ਪੈਣਾ ਅੰਦਰੋਂ, ਪ੍ਰੀਤਮ ਨੂੰ ਸਾਰਾ ਦਿਨ ਯਾਦ ਕਰਨਾ ਪੈਣਾ, ਤਾਂ ਪ੍ਰੀਤਮ ਨੇ ਮਿਲਣਾ ਹੈ। ਬਿਰੋਂ ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ। ਆ ਦੇਖੋ ਉਹੀ ਬਾਬਾ ਫਰੀਦ ਜੀ, ਕਿਹੜਾ ਅੱਖਰ ਹੈ, ਕਿਹੜਾ ਗੁਣ ਹੈ, ਕਿਹੜਾ ਮੰਤਰ ਹੈ। ਕਵਣ ਸੋ ਬੇਸੋ ਹਉ ਕਰੀ ਜਿਤ ਬਸਾਵੇ ਕੰਤ। ਕਿਹੜਾ ਬੇਸ ਧਾਰਨ ਕਰਾਂ ਜਿਹਦੇ ਨਾਲ ਮੇਰਾ ਪ੍ਰੀਤਮ ਮੇਰੇ ਬਸ 'ਚ ਹੋ ਜੇ। ਕੋਈ ਅੱਖਰ ਤਾਂ ਦੱਸੋ, ਕੋਈ ਮੰਤਰ ਦੱਸੋ ਜਿਹਦੇ ਨਾਲ ਮੈਂ ਪ੍ਰੀਤਮ ਨੂੰ ਬਸ ਕਰ ਲਾਂ। ਨਿਵਣ ਸੋ ਅੱਖਰ, ਨਿਮਰਤਾ ਧਾਰਨ ਕਰ। ਇਹ ਦੁਨਿਆਵੀ ਪਤਨੀ ਵਾਸਤੇ ਵੀ ਹੈ। ਖਵਣ ਗੁਣ, ਸਹਿਣ ਸ਼ਕਤੀ, ਕਿਸੇ ਦਾ ਬੋਲ ਕਬੋਲ ਸਹਿ ਜਾ। ਪਾਤਸ਼ਾਹ ਨੇ ਖਹਿ ਕੇ ਤੱਤੀ ਤਵੀ ਤੇ ਦਿਖਾਤਾ, ਸਾਰੀ ਸਿਰਹੱਟੀ ਨੂੰ ਇੱਕ ਸਕਿੰਟ 'ਚ ਖਿੜਵੇਂ ਥਾਪ ਥਾਪਣ ਨਾਲ ਹਾਰ ਮਾਲਕ ਨੇ ਸਹਾਰਿਆ। ਪਹਿਲਾਂ ਮਗਰੋਂ ਸਿੰਘਾਂ ਨੇ ਸਹਾਰਿਆ। ਖਵਣ ਸੋ ਗੁਣ, ਸਾਨੂੰ ਤਾਂ ਕੋਈ ਮਾੜੀ ਜੀ ਗੱਲ ਕਹਿ ਤੇ ਅੱਗ ਲੱਗ ਜਾਂਦੀ ਹੈ। ਜਿਹਬਾ ਮਣੀਆਂ ਮੰਤ, ਤੂੰ ਨਾ ਕੌੜਾ ਬੋਲੀ, ਮੂੰਹ ਚੋਂ ਮਿੱਠਾ ਬੋਲੀ। ਦਰਿਆਵੀ ਮਾਂ ਜਿਹੜੀ ਪਤਨੀ ਆ ਮਿੱਠਾ ਬੋਲਦੀ ਆਪਦੇ ਪਤੀ ਨੂੰ, ਉਦੋਂ ਹੀ ਮੋਹ ਲੈਂਦੀ ਆ। ਜਿਹੜੀ ਉਹ ਗੱਲ ਕਹਿੰਦੇ ਆ, ਜੇ ਔਖਾ ਵੀ ਬੋਲੇ ਤਾਂ ਸਹਾਰ ਲੈਂਦੀ ਆ। ਜਿਹੜੀ ਉਹ ਪਤਨੀ ਬਹੁਤ, ਉਹਦੇ ਵੀ ਪਤੀ ਖੁਸ਼ ਹੋ ਜਾਂਦਾ ਹੈ। ਜਿਹੜੀ ਕਹਿੰਦੀ ਹੈ ਜੀ ਮੈਂ ਤੁਹਾਡੀ ਦਾਸੀ ਆ, ਉਹਦੇ ਵੀ ਬਹੁਤ ਖੁਸ਼ ਹੋ ਜਾਂਦਾ। ਦੁਨਿਆਵੀ ਇਸਤਰੀ ਵਾਸਤੇ ਵੀ ਗੁਣ ਨੇ, ਪਰੰਤੂ ਅੰਦਰਲੀ ਜੀਵ ਆਤਮਾ ਪ੍ਰਮਾਤਮਾ ਪਤੀ ਵਾਸਤੇ ਵੀ ਇਹ ਗੁਣ ਨੇ ਸਾਡੇ ਵਾਸਤੇ। ਇਹ ਤ੍ਰੈ ਭੈਣੇ ਬੇਸ ਕਰੀ ਤਾਂ ਬਸਾ ਵੀ ਕੰਤ। ਇਹ ਤਿੰਨ ਰੱਬੀ ਗੁਣ ਨੇ। ਇਹ ਗੁਣ ਪੈਦਾ ਹੋਣੇ ਚਾਹੀਦੇ ਸਾਡੇ ਅੰਦਰ, ਪਰੰਤੂ ਇਹ ਪੈਦਾ ਕਿਹਨੇ ਕਰਨੇ ਆ? ਗੁਰੂ ਨਾਨਕ ਨੂੰ ਯਾਦ ਕਰਿਆ ਤਾਂ ਗੁਰੂ ਨਾਨਕ ਵਰਗੇ ਬਣਦੇ ਜਾਣਾ। ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰੀ ਜਾ ਰਹੇ ਨੇ, ਕਰੀ ਜਾ ਰਹੇ ਨੇ, ਤੇ ਹੋਰ ਬਖਸ਼ਿਸ਼ ਆਪਾਂ ਮੰਗਣੀ ਆ। ਇਹ ਸੱਚੇ ਪਾਤਸ਼ਾਹ, ਇਹ ਬਿਰੋਂ ਦੀ ਅੱਗ ਜਿੰਨਾ ਚਿਰ ਤੂੰ ਮਲਾਪ ਨਹੀਂ ਹੁੰਦਾ ਉਹਨਾਂ ਚਿਰ ਬੁਝਣ ਨਾ ਦੇਈ। ਇੱਕ ਮੰਗ, ਇੰਨਾ ਪ੍ਰੇਮ ਬਖਸ਼ ਸਾਨੂੰ, ਰੋਮ ਰੋਮ 'ਚ ਤੇਰਾ ਤੈਨੂੰ ਯਾਦ ਕਰਦੇ ਰਹੀਏ। ਹਰ ਥਾਂ ਤੁਸੀਂ ਦਿਸੋ, ਬਾਹਰੋਂ ਵੀ ਜੇ ਦੇਖੀਏ ਤਾਂ ਤੁਸੀਂ ਦਿਸੋ। ਇਹ ਨਾ ਹੋਵੇ ਵੀ ਅਸੀਂ ਮਾਇਆ ਦੇਖੀਏ। ਫੇਰ ਸਾਨੂੰ ਗੱਲ ਬਣਨੀ ਆ ਅੰਦਰੋਂ। ਮਾਲਕਾ ਇਹ ਤੁਸੀਂ ਕਿਰਪਾ ਕਰਨੀ ਆ। ਸੱਚੇ ਪਾਤਸ਼ਾਹ, ਤੇਰੇ ਕੋਲੇ ਆ ਕੇ ਆ ਸਮਾਂ ਮੁੜ ਕੇ ਨਹੀਂ ਮਿਲਣਾ। ਸਾਨੂੰ ਕੋਈ ਪਤਾ ਨਹੀਂ ਹੈ ਵੀ ਤੂੰ ਕਦੋਂ ਆਦਮੀ ਮੋਲਤ ਨਾ ਜਾਣਾ। ਇੱਕ ਦਮ ਦੇ ਆਦਮੀ ਆ, ਸਾਡਾ ਪਤਾ ਨਹੀਂ। ਸਾਨੂੰ ਮਲਾਪ ਬਖਸ਼ ਦੇ। ਤੂੰ ਛਿੰਨ 'ਚ ਕਰ ਸਕਦਾ ਸਾਡੀ ਕੰਧ ਪਰੇ ਦੂਰ। ਤੂੰ ਛਿੰਨ ਵਿੱਚ ਸਾਡਾ ਮੋਹ ਸਰੀਰ ਦਾ ਦੂਰ ਕਰ ਸਕਦਾ ਹੈ ਤੇ ਆਪਦੇ ਦਰਸ਼ਨ ਦਿਦਾਰੇ ਬਖਸ਼ਦਾ। ਦੇਵ ਦਰਸ਼ਨ ਇਹ ਆ ਜੀਵਨ ਮਨੋਰਥ। ਏਕ ਨਾਮ ਆਧਾਰ ਨਰੈਣ, ਆ ਆਧਾਰ ਬਣਾ ਦੇ। ਰਸਨਾ ਰਾਮ ਰਵੀਜਾ। ਤੇ ਜਦੋਂ ਆਧਾਰ ਇਹ ਨਾਮ ਦਾ ਹੋ ਗਿਆ ਤੇ ਜੀਵ ਆਪਣੇ ਆਪ ਹੀ ਨਾਮ ਜਪੀ ਜਾਂਦੀ ਆ, ਆਪਣੇ ਆਪ ਹੀ ਜਪੀ ਜਾਂਦੀ ਆ। ਸੱਚੇ ਪਾਤਸ਼ਾਹ ਬਹੁਤ ਮਿਹਰ ਕਰ ਰਹੇ ਹੋ ਤੁਸੀਂ ਸਾਰੀਆਂ ਸਾਡੀਆਂ ਭੈਣਾਂ ਤੇ ਜੀਵ ਆਤਮਾ, ਸਾਰੀਆਂ ਜਿਹੜੀਆਂ ਅਜੇ ਤੇ ਤੋਂ ਭੁੱਲੀਆਂ ਹੋਈਆਂ ਨੇ, ਉਹਨਾਂ ਦੇ ਵੀ ਅੰਦਰ ਇਹ ਚਾਨਣ ਕਰਦੇ, ਸਮਝ ਲਾ ਦੇ ਉਹਨਾਂ ਨੂੰ। ਉਹ ਤੇਰੇ ਲੜ ਲੱਗ ਜਾਣ। ਜਿਹੜੀਆਂ ਆਈਆਂ ਤੂੰ ਲਿਆਂਦੀਆਂ ਨੇ, ਮਨਮੁਖ ਵੀ ਤੁਸੀਂ ਲਿਆਂਦੀਆਂ ਨੇ, ਉਹਨਾਂ ਨੂੰ ਹੌਲੀ ਹੌਲੀ ਕਿਉਂ ਤੂੰ ਆਪ ਹੀ ਕਹਿੰਦਾ ਸਾਧ ਸੰਗ ਬਿਨ ਭਾਵ ਨਾ ਉਪਜੇ, ਭਾਵ ਬਿਨ ਭਗਤ ਨਾ ਹੋਏ। ਤੇਰੀ ਪ੍ਰੇਮ ਹੀ ਇੱਥੇ ਲੱਗਣਾ, ਹੋਰ ਲੱਗਣਾ ਹੀ ਨਹੀਂ ਕਿਤੋਂ। ਪ੍ਰੇਮ ਹੀ ਲੱਗਣਾ ਤੇ ਪ੍ਰੇਮ ਹੀ ਉਹਨਾਂ ਨੂੰ ਲੱਗ ਜਾਊਗਾ ਤਾਂ ਉਦੋਂ ਹੀ ਸਤਿਗੁਰੂ ਦੇ ਬਣ ਜਾਣਗੀਆਂ। ਜਿਹੜੀਆਂ ਬਣੀਆਂ ਹੋਈਆਂ ਉਹਨਾਂ ਨੂੰ ਉੱਥੇ ਨਾ ਕੜਾ। ਕਾਂ ਸਾਨੂੰ ਤਰੱਕੀ ਬਖਸ਼, ਮਿਹਰ ਕਰ, ਆਪਦੀ ਬਖਸ਼ਿਸ਼ ਕਰ। ਤੇਰੀ ਬਖਸ਼ਿਸ਼ ਦੀ ਹਰ ਵਕਤ ਗੁਰਪ੍ਰਸਾਦ ਤੁਸੀਂ ਲੈ ਕੇ ਦਿੱਤਾ। ਤੋ ਗੁਰੂ ਨਾਨਕ ਦੀ ਕਿਰਪਾ ਨਾਲ ਮਿਲਣਾ, ਫਿਰ ਅਸੀਂ ਕੀ ਕਰ ਸਕਦੇ ਹਾਂ? ਮਿਹਰ ਕਰ, ਮਿਹਰ ਕਰ। ਅੱਖਰ ਵਾਧਾ ਘਾਟਾ ਪੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।